ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਬ ਕਲਾ ਸਮਰੱਥ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕਰਕੇ ਸੰਧਿਆ ਦੇ ਦੀਵਾਨਾਂ ਦਾ ਆਪ ਜੀ ਆਨੰਦ ਮਾਣ ਰਹੇ ਹੋ। ਸ਼ੁਭ ਕਰਮਾਂ ਦੁਆਰਾ ਸੰਗਤ ਦੀਆਂ ਘੜੀਆਂ ਪ੍ਰਾਪਤ ਹੁੰਦੀਆਂ ਨੇ। ਆਓ ਇਹਨਾਂ ਨੂੰ ਸਫਲੀਆਂ ਬਣਾਈਏ। ਇਤਿਹਾਸ ਦੇ ਪਾਵਨ ਪ੍ਰਸੰਗਾਂ ਦੇ ਵਿੱਚੋਂ ਆਪ ਜੀ ਨੇ ਸਰਵਣ ਕੀਤਾ ਸੀ ਧੰਨ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਭਾਈ ਲਾਲੋ ਜੀ ਤੋਂ ਜਿਸ ਵੇਲੇ ਵਿਦਾਇਗੀ ਮੰਗੀ ਹੈ, ਉਹਨਾਂ ਭਰੇ ਮਨ ਨਾਲ ਆਖਿਆ, ਪਾਤਸ਼ਾਹ ਐਸਾ ਕਿ ਅਵਗੁਣ ਤੇ ਗੁਨਾਹ ਹੋ ਗਿਆ। ਆਪ ਜੀ ਅਚਨਚੇਤ ਛੱਡ ਕੇ ਜਾ ਰਹੇ ਹੋ। ਸਤਿਗੁਰਾਂ ਨੇ ਆਖਿਆ, ਸਾਡਾ ਮਿੱਤਰ ਮਰਦਾਨਾ ਇੱਥੇ ਰਹਿਣਾ ਨਹੀਂ ਚਾਹੁੰਦਾ। ਲੋਕ ਤੰਜ ਕੱਸਦੇ ਨੇ, ਮੰਦਾ ਚੰਗਾ ਬੋਲਦੇ ਨੇ। ਭਾਈ ਲਾਲੋ ਕਹਿੰਦੇ, ਪਾਤਸ਼ਾਹ ਤੇ ਮੈਨੂੰ ਵੀ ਬੋਲਦੇ ਆ। ਫਿਰ ਗੁਰੂ ਨਾਨਕ ਸਾਹਿਬ ਜੀਆਂ ਨੇ ਇੱਕ ਸ਼ਬਦ ਉਚਾਰਨ ਕਰਕੇ ਦੁਨੀਆ ਦੀ ਹਾਲਤ ਦੱਸੀ ਵੀ ਭਗਤੀ ਵਾਲਿਆਂ ਨੂੰ ਤੇ ਸੰਸਾਰ ਬਾਰੇ ਸੋਚਣ ਦੀ ਵੀ ਲੋੜ ਨਹੀਂ। ਫਿਰ ਲਾਲੋ ਜੀ ਆਖਣ ਲੱਗੇ, ਮਹਾਰਾਜ ਮੇਰੀ ਬੇਨਤੀ ਹੈ, 1 ਮਹੀਨਾ ਇੱਥੇ ਜ਼ਰੂਰ ਬਤੀਤ ਕਰੋ। ਜਦੋਂ ਬਾਰ-ਬਾਰ ਕਹਿੰਦੇ ਰਹੇ, ਸੁਭਾਵਕ ਰਸਨਾ ਤੋਂ ਗੁਰੂ ਨਾਨਕ ਸਾਹਿਬ ਜੀ ਆਖਣ ਲੱਗੇ, 7 ਬਚਨ ਭਾਈ ਲਾਲੋ, ਔਖੇ ਸੌਖੇ ਰਹੀਏ, ਪਿਆਰ ਨਾਲ ਰਹੀਏ, 1 ਮਹੀਨਾ ਤੇਰੇ ਬਚਨ ਮੰਨੇ। ਜਦੋਂ ਭਾਈ ਮਰਦਾਨਾ ਜੀ ਨੇ ਸੁਣਿਆ ਸਤਿਗੁਰ ਏਮਨਾਬਾਦ ਵਿੱਚ 1 ਮਹੀਨਾ ਰਹਿਣਗੇ, ਹੈਰਾਨ ਹੋ ਕੇ ਕਹਿੰਦੇ, ਬਾਬਾ ਆਪਾਂ ਤੇ ਜਾਣਾ ਸੀ। ਸਤਿਗੁਰ ਕਹਿੰਦੇ, ਹੁਣ ਨਹੀਂ ਜਾਣਾ। ਜਿੱਥੇ ਇੰਨਾ ਸਮਾਂ ਕੱਟਿਆ, 3 ਦਿਨ ਕੱਟ ਲਏ ਨੇ ਮਰਦਾਨਿਆਂ, 1 ਮਹੀਨਾ ਹੋਰ ਸਹੀ। ਇਹਨਾਂ ਸਾਰੇ ਪ੍ਰਸੰਗਾਂ ਨੂੰ ਆਪ ਜੀ ਨੇ ਬੜੇ ਵਿਸਥਾਰ ਸਹਿਤ ਸਰਵਣ ਕੀਤਾ। ਆਓ ਕੁਝ ਸਮਾਂ ਮਨ ਚਿੱਤ ਬਿਰਤੀਆਂ ਨੂੰ ਇਕਾਗਰ ਚਿੱਤ ਬਣਾਈਏ। ਪਾਓ ਪ੍ਰੇਮ ਦੀ ਸਾਂਝ। ਗੱਜ ਵੱਜ ਕੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬੈਸਿਓ ਨਿਕਟ ਭਨਤ ਮਰਦਾਨਾ, ਤੁਮ ਬਹੁਤ ਦਿਨ ਰਹਿਣਾ। ਗੁਰੂ ਅੰਗਦ ਦੇ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਵਿੱਚ ਭਾਈ ਬਾਲਾ ਜੀ ਬੜੇ ਪ੍ਰੇਮਾ ਭਾਵ ਵਿੱਚ ਭਿੱਜ ਕੇ ਇਸ ਪਾਵਨ ਕਥਾ ਨੂੰ ਸੁਣਾ ਰਹੇ ਨੇ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਏਮਨਾਬਾਦ ਵਿੱਚ, ਜੋ ਅੱਜ ਕੱਲ੍ਹ ਪਾਕਿਸਤਾਨ ਦੇ ਵਿੱਚ ਹੈ, ਭਾਈ ਲਾਲੋ ਦਾ ਬਚਨ ਸਵੀਕਾਰ ਕੀਤਾ, ਉਹਦੇ ਪ੍ਰੇਮ ਅੱਗੇ ਸਤਿਗੁਰ ਝੁਕ ਗਏ। ਲਾਲੋ ਜੀ ਆਖਦੇ, ਮਹਾਰਾਜ ਇਹੋ ਜਿਹਾ ਕਿਹੜਾ ਗੁਨਾਹ ਮੇਰੇ ਤੋਂ ਹੋ ਗਿਆ? ਜੇ ਹੋ ਵੀ ਗਿਆ ਤੇ ਬਖਸ਼ਿਓ, ਪਰ ਛੱਡ ਕੇ ਨਾ ਜਾਇਓ। ਮੇਰੇ ਤੋਂ ਤੁਹਾਡਾ ਵਿਛੋੜਾ ਝੱਲਿਆ ਨਹੀਂ ਜਾਣਾ। 1 ਮਹੀਨਾ ਮੈਨੂੰ ਸੇਵਾ ਦਾ ਮੌਕਾ ਦੇ ਦਿਓ, ਫਿਰ ਆਪ ਜੀ ਖੁਸ਼ੀ ਨਾਲ ਜਿੱਥੇ ਦਿਲ ਕਰੇ ਵਿਚਰ ਸਕਦੇ। ਜਦੋਂ ਇਹ ਬਚਨ ਸੁਣੇ, ਸਤਿਗੁਰਾਂ ਨੇ 7 ਬਚਨ ਕਹਿ ਦਿੱਤਾ। ਮਰਦਾਨਾ ਜੀ ਕਹਿੰਦੇ, ਮਹਾਰਾਜ ਆਪਾਂ ਇਹਾਂ ਰਹਿਣਾ, ਇੱਥੇ ਵਸਾਂਗੇ।
ਗੁਰੂ ਸਾਹਿਬ ਕਹਿੰਦੇ ਹਾਂ ਮਰਦਾਨਿਆਂ, ਇੱਥੇ ਹੀ ਰਹਿਣਾ ਆਪਾਂ ਨੇ। ਮਨ ਮੁਰਝਾਇਆ ਹੋਇਆ, ਚਿਹਰੇ ਦਾ ਹਾਸਾ, ਚਿਹਰੇ ਦੀ ਰੌਣਕ ਉੱਡ ਪੁੱਡ ਗਈ, ਕਿਉਂਕਿ ਰਾਤ ਭਰ ਭਾਈ ਮਰਦਾਨਾ ਸੁੱਤਾ ਹੀ ਨਹੀਂ ਵੀ ਸਵੇਰ ਹੁੰਦਿਆਂ ਚਲੇ ਜਾਣਾ। ਪਰ ਇੱਥੇ ਅਚਨਚੇਤ ਤੋਂ ਫੈਸਲਾ ਆ ਗਿਆ ਜਿਹਦਾ ਕਦੇ ਦਿਲ ਵਿੱਚ ਸੋਚਿਆ ਤੇ ਖਿਆਲ ਵੀ ਨਹੀਂ ਸੀ ਆਇਆ। ਕਹਿੰਦੇ ਮਹਾਰਾਜ ਮੈਥੋਂ ਨਹੀਂ ਰਹਿ ਹੋਣਾ। ਜਿਸ ਸ਼ਹਿਰ ਵਿੱਚ, ਜਿਸ ਗ੍ਰਾਮ ਵਿੱਚ ਲੋਕ ਮੰਦਾ ਚੰਗਾ ਬੋਲਦੇ ਨੇ, ਮੈਥੋਂ ਵਕਤ ਕੱਟਿਆ ਜਾਣਾ ਨਹੀਂ। ਦੇਹੋ ਨਦੇਸ਼ ਜਾਉ ਤਲਵੰਡੀ, ਕਹੋ ਤਹਾਂ ਜੋ ਕਹਿਣਾ। ਪਰ ਸਤਿਗੁਰੂ ਜੀ ਮੈਂ ਅੱਜ ਆਪ ਜੀ ਤੋਂ ਇੱਕ ਵਸਤੂ ਮੰਗਣ ਲੱਗਾ, ਕਿਰਪਾ ਕਰੋ। ਮਹਾਰਾਜ ਕਹਿੰਦੇ ਮੰਗ। ਕਹਿੰਦਾ ਫਿਰ ਆਗਿਆ ਦੇ ਦਿਓ। ਮੈਂ ਤਲਵੰਡੀ ਜਾਇਆ ਵਾਂ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਨੇਤਰ ਭਰ ਭਾਈ ਮਰਦਾਨਾ ਜੀ ਵੱਲ ਵੇਖਿਆ, ਬੁੱਲਾਂ ਵਿੱਚ ਮੁਸਕਰਾਏ। ਕਹਿੰਦਾ ਪਾਤਸ਼ਾਹ ਮੈਂ ਰਾਏ ਭੋਏ ਦੀ ਤਲਵੰਡੀ ਜਾਣਾ ਚਾਹੁੰਦਾ, ਇੱਥੇ ਵਸਣ ਦੇ ਨਾਲੋਂ ਜਾਣਾ ਹੀ ਭਲਾ ਹੈ। ਮੇਰਾ ਚਿੱਤ ਨਹੀਂ ਲੱਗਦਾ, ਮੇਰਾ ਮਨ ਨਹੀਂ ਮੰਨਦਾ। ਬੇਸ਼ੱਕ ਭਾਈ ਲਾਲੋ ਬੇਹੱਦ ਪ੍ਰੇਮ ਕਰਦੇ ਆ, ਕੋਈ ਸ਼ੱਕ ਨਹੀਂ। ਭਾਈ ਮਰਦਾਨਾ ਜੀ ਕਿਉਂ ਗਏ, ਆਉਣ ਵਾਲੇ ਦਿਨਾਂ 'ਚ ਪਤਾ ਲੱਗ ਜਾਣਾ, ਕਿਉਂਕਿ ਇੱਥੇ ਕਵੀ ਜੀ ਪ੍ਰਸੰਗਕ ਵਾਰਤਾ ਸੁਣਾ ਰਹੇ ਨੇ ਵੀ ਏਮਨਾਬਾਦ ਵਿੱਚ ਕੀ ਕੀ ਬੀਤ ਰਿਹਾ, ਕੀ ਕੀ ਹੋ ਰਿਹਾ। ਤੇ ਮਰਦਾਨਾ ਸਤਿਗੁਰਾਂ ਦਾ ਪਿਆਰਾ ਸਾਥੀ ਉਹ ਭੱਜਣ ਲਈ ਤਿਆਰ ਹੋ ਗਿਆ, ਜਿਹੜਾ ਕਹਿੰਦਾ ਸੀ ਮਰਦ ਜੋ ਮਰਜੀ ਹੋ ਜੇ ਜੀ, ਮੈਂ ਸਾਰੀ ਜ਼ਿੰਦਗੀ ਤੁਹਾਡਾ ਸਾਥ ਨਹੀਂ ਛੱਡਦਾ। ਕਸਵੱਟੀ ਲਾ ਰਹੇ ਗੁਰੂ ਸਾਹਿਬ। ਆਖਣ ਲੱਗੇ ਮਹਾਰਾਜ ਮੈਨੂੰ ਨਗਰ ਪਿੰਡ ਜਾਣ ਦੀ ਅੱਜ ਆਗਿਆ ਦੇ ਦਿਓ। ਤੂਰਨ ਤਹ ਤੇ ਆਮੋ ਤੁਮ ਢਿਗ, ਬਿਲਮ ਨ ਕਾਹੂ ਲਗਾਵੋ। ਪਾਤਸ਼ਾਹ ਮੈਂ ਸਿਰਫ ਆਉਣ ਜਾਣ ਹੀ ਕਰਨਾ, 1-2 ਦਿਨ ਰਹਾਂਗਾ, ਛੇਤੀ ਮੁੜ ਆਵਾਂਗਾ। ਤੁਹਾਡਾ ਇੱਥੇ ਸਮਾਂ ਗੁਜ਼ਰ ਜਾਣਾ, ਮੇਰਾ ਰਸਤੇ 'ਚ। ਭਾਵੇਂ ਉਹ 5 ਦਿਨਾਂ ਦਾ ਰਾਹ ਏ, 10 ਦਿਨਾਂ ਦਾ ਰਾਹ। ਗੁਰੂ ਨਾਨਕ ਸਾਹਿਬ ਜੀ ਨੂੰ ਤੇ 17 ਦਿਨ ਤਾਂ ਲੱਗ ਗਏ, ਸਤਿਗੁਰ ਵਿਚਰਦੇ ਆਏ ਆ, ਕਦੇ ਕਿਸ ਥਾਂ ਤੇ, ਕਦੇ ਕਿਸ ਥਾਂ ਤੇ, ਕਦੇ ਕਿਸੇ ਨੂੰ ਤਾਰਿਆ, ਕਦੇ ਕਿਸੇ ਨੂੰ ਤਾਰਿਆ। ਭਾਈ ਮਰਦਾਨਾ ਜੀ ਨੇ ਤੇ ਆਉਂਦਾ ਵੇ ਹੁਣ ਸਿੱਧਾ ਰਾਹ ਜਾਣਾ। ਪਾਤਸ਼ਾਹ ਮੈਂ 15 ਕੁ ਦਿਨਾਂ ਦੇ ਵਿੱਚ ਵਿੱਚ ਛੇਤੀ ਮੁੜ ਆਵਾਂਗਾ। ਨਿਜ ਪਰਵਾਰ ਹੈ ਦੇ ਖਬਰ ਸਭ, ਹੋ ਨਾਨਕ ਸੰਗ ਜਾਮੋ। ਤੇ ਨਾਲੇ ਬਹਾਨੇ ਨਾਲ ਮੈਂ ਆਪਣੇ ਘਰ ਪਰਿਵਾਰ ਨੂੰ ਦੱਸ ਆਵਾਂ ਵੀ ਮੈਂ ਤੇ ਗੁਰੂ ਨਾਨਕ ਸਾਹਿਬ ਨਾਲ ਚੱਲੇ ਆ ਪੱਕੇ ਤੌਰ ਤੇ, ਵੀ ਅਜੇ ਤੇ ਪਤਾ ਨਹੀਂ ਨਾ ਉਹਨਾਂ ਨੂੰ। ਮੈਂ ਤੇ ਤੁਹਾਡੇ ਕੋਲ ਸਤਿਗੁਰ ਜੀ ਆਇਆ ਸੀ ਖਬਰ ਸਾਰ ਲੈਣ, ਮੁੜ ਕੇ ਖਬਰੀਆ ਹੀ ਅਲੋਪ ਹੋ ਗਿਆ। ਆਖੋ ਸਤਨਾਮ। ਰਾਏ ਭੋਏ ਦੀ ਤਲਵੰਡੀ ਵਾਲਿਆਂ ਨੂੰ ਕੀ ਪਤਾ ਵੀ ਮਰਦਾਨਾ ਕਿੱਥੇ ਹੈ। ਤੁਹਾਡੇ ਪਿਤਾ ਤੇ ਕਹਿੰਦੇ ਸੀ ਮੇਰੇ ਪੁੱਤ ਦੀ ਖਬਰ ਲੈ ਕੇ ਆ, ਹੁਣ ਮੇਰਾ ਪਰਿਵਾਰ ਮੇਰੀ ਖਬਰ ਲੈਂਦਾ ਹੋਣਾ ਵੀ ਸਾਡੇ ਪਰਿਵਾਰ ਦਾ ਮੈਂਬਰ ਗੁੰਮਸ਼ੁਦਾ ਹੋ ਗਿਆ। ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਕਿਹੜਾ ਪਤਾ ਲੱਗਦਾ ਸੀ ਕੌਣ ਕਿੱਥੇ ਗਿਆ। ਪਾਤਸ਼ਾਹ ਇੱਕ ਤੇ ਬਹਾਨੇ ਨਾਲ ਮੈਂ ਆਪਣੇ ਘਰ ਪਰਿਵਾਰ ਜਾ ਕੇ ਦੱਸ ਆਵਾਂ ਵੀ ਮੈਂ ਤੁਹਾਡੀ ਸੰਗਤ ਵਿੱਚ ਆ, ਉਹ ਫਿਕਰ ਨਹੀਂ ਕਰਨਗੇ। ਘਰ ਮੇ ਜਿਉ ਬਸਤ ਹੈ ਤੇਰੋ, ਜਾਹੋਂ ਦਰਤ ਪੁਨ ਆਈਐ। ਤੇ ਸਤਿਗੁਰੂ ਜੀ ਦੂਜਾ ਆਪ ਜੀ ਦੇ ਮਾਤਾ ਪਿਤਾ ਨੂੰ ਮੈਂ ਸੁੱਖ ਸਾਂਦ ਦਾ ਸੁਨੇਹਾ ਦੇ ਆਉਂਗਾ। ਘਰ 'ਚ ਫਿਰ ਵੀ ਜੀ ਪਰਿਵਾਰ ਵਸਦੇ ਆ, ਛੇਤੀ ਗਿਆ ਤੇ ਛੇਤੀ ਆਜੂ। ਮਤਲਬ ਇਹ ਸੀ ਵੀ 1 ਮਹੀਨਾ ਇੱਥੇ ਰਹਿਣ ਦੇ ਨਾਲੋਂ ਆਪਾਂ ਰਸਤੇ ਵਿੱਚ ਵੀ ਜਾਵਾਂਗੇ, ਕਮ ਸੇ ਕਮ ਸਕੂਨ ਤੇ ਮਿਲੂ। ਲੋਕਾਂ ਦੀਆਂ ਗੱਲਾਂ ਤੇ ਨਹੀਂ ਸੁਣਨੀਆਂ ਪੈਣਗੀਆਂ। ਘਰ ਜਾਵਾਂਗੇ, ਨਾਲੇ ਸੁਨੇਹਾ ਦੇ ਆਵਾਂਗੇ, ਨਾਲੇ ਮਨ ਹੋਰ ਹੋ ਜਾਏਗਾ। ਗੁਰੂ ਨਾਨਕ ਸਾਹਿਬ ਮਹਾਰਾਜ ਮੁਖ ਚੋਂ ਮੁਸਕਰਾਉਂਦੇ ਰਹੇ, ਕਿਉਂਕਿ ਭਾਈ ਮਰਦਾਨਾ ਜੀ ਬੜੇ ਸੋਹਣੇ ਸੋਹਣੇ ਬਹਾਨੇ ਕੱਢ ਰਹੇ ਨੇ ਵੀ ਮਹਾਰਾਜ ਇੱਕ ਤੇ ਮੈਂ ਸੁਨੇਹਾ ਦੇ ਆਉਂਗਾ ਆਪ ਜੀ ਦੇ ਪਰਿਵਾਰ ਨੂੰ, ਤੇ ਦੂਜਾ ਨਾਲੇ ਮੈਂ ਦੱਸ ਆਉਂਗਾ ਵੀ ਗੁਰੂ ਸਾਹਿਬ ਦੇ ਨਾਲ ਆ, ਮੇਰਾ ਫਿਕਰ ਫੁਕਰ ਨਾ ਕਰਿਓ, ਵੀ ਜਿੱਦਣ ਸਤਿਗੁਰ ਆਉਣਗੇ ਉਸੇ ਦਿਨ ਮੈਂ ਮੁੜ ਆਵਾਂਗਾ। ਹਮਰੀ ਸੁਧ ਜਿਹੇ ਬਿਦ ਕੀ ਦੇਖੋ,
ਤੈਸੀ ਤੇ ਠਾਂ ਦਈਏ। ਗੁਰੂ ਸਾਹਿਬ ਨੂੰ ਮਰਦਾਨਾ ਜੀ ਕਹਿੰਦੇ ਹੱਥ ਜੋੜ ਕੇ, ਪਾਤਸ਼ਾਹ ਫਿਰ ਮੈਂ ਤੁਹਾਡੇ ਬਾਰੇ ਘਰੇ ਕੀ ਦੱਸਾਂ, ਔਖਾ ਤੇ ਉੱਥੇ ਆ ਨਾ ਦੱਸਣਾ। ਗੁਰੂ ਸਾਹਿਬ ਮੁਸਕਰਾ ਕੇ ਕਹਿੰਦੇ, ਮਰਦਾਨਿਆ ਜੋ ਦੇਖ ਰਿਹਾ ਉਹ ਦੱਸ ਦੀ। ਦੇਖ ਕੀ ਰਿਹਾ ਵੀ ਏਮਨਾਬਾਦ ਵਿੱਚ ਭਾਈ ਲਾਲੋ ਦੇ ਘਰ ਵਿੱਚ ਹਾਂ, ਇੱਥੇ ਕਿਵੇਂ ਸਮਾਂ ਬਤੀਤ ਹੋ ਰਿਹਾ ਹੈ ਵੀ ਕੋਈ ਖਾਸ ਨਹੀਂ ਹੈ। ਇਹ ਨਹੀਂ ਕਹਿਣਾ ਜਾ ਕੇ ਵੀ ਬੜੇ ਆਨੰਦ ਮੰਗਲ ਵਿੱਚ ਆ, ਮੌਜਾਂ ਕਰਦੇ ਆ। ਕਹਿੰਦੇ ਆ ਫਕੀਰੀ ਵਿੱਚ ਬੈਠੇ ਆ। ਪਿਤਾ ਜੀ ਨੂੰ ਦੱਸਦੀ ਜਾ ਕੇ ਵੀ ਜਿਵੇਂ ਦੇ ਹਾਂ ਐਜ਼ ਇਟ ਇਜ਼, ਜੋ ਦੇਖ ਰਿਹਾ ਹੈ ਉਹੀ ਜਾ ਕੇ ਦੱਸ ਦਈ। ਲੇਰ ਜਾਏ ਮਰਦਾਨਾ ਗਵਣਿਓ, ਮਿਲਿਓ ਜਾਏ ਪਰਵਾਰੂ। ਮਰਦਾਨਾ ਜੀ ਕਹਿੰਦੇ, ਸਤਿਗੁਰੂ ਜੀ ਫਿਰ ਆਪ ਜੀ ਖੁਸ਼ ਹੋ ਕੇ ਮੈਨੂੰ ਆਗਿਆ ਦੇ ਰਹੇ ਹੋ ਨਾ। ਮਰਦ ਕਹਿੰਦੇ, ਮਰਦਾਨਿਆ ਆਨੰਦ ਤਾਂ ਭਾਈ ਤੇਰਾ ਚਿੱਤ ਕਰਦਾ ਤੂੰ ਜਾਇਆ, ਕਿਉਂਕਿ ਸਾਧੂ ਨੇ ਨਾ ਜਿਹੜੇ ਰੱਬ ਦੇ ਪਿਆਰੇ, ਉਹ ਬਹੁਤੇ ਚੋਚਲੇ ਨਹੀਂ ਕਰਦੇ ਹੁੰਦੇ। ਚੋਚਲੇ ਉਹ ਕਰਦਾ ਹੈ ਜਿਹੜਾ ਅੰਦਰੋਂ ਹੋਰ ਹੋਵੇ ਤੇ ਬਾਹਰੋਂ ਹੋਰ ਹੋਵੇ। ਸਤਿਗੁਰ ਕਹਿੰਦੇ, ਮਰਦਾਨਿਆ ਚਿੱਤ ਕਰਦਾ ਤੇ ਜਾ ਭਾਈ ਜਾਇਆ, ਜਦ ਚਿੱਤ ਕਰੂ ਮੁੜ ਆਈ ਆਖੋ ਸਤਨਾਮ। ਇਹ ਵੀ ਨਹੀਂ ਕਿਹਾ ਵੀ ਇੰਨੇ ਦਿਨਾਂ ਬਾਅਦ ਆ ਜੀ, ਕੋਈ ਬੰਦਸ਼ ਨਹੀਂ ਲਾਈ। ਭਾਈ ਮਰਦਾਨਾ ਇੰਨੇ ਖੁਸ਼ ਹੋਏ, ਲਾਲੋ ਜੀ ਨੂੰ ਨਮਸਕਾਰ ਕੀਤੀ, ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਬੰਦਨਾ ਕੀਤੀ, ਚੁੱਕੀ ਪੋਟਲੀ ਮੋਢੇ ਰੱਖ ਲਈ, ਰਵਾਬ ਇੱਥੇ ਛੱਡ ਚੱਲੇ ਆ, ਕਿਉਂਕਿ ਮੁੜ ਕੇ ਆਉਣਾ ਨਾ। ਧੰਨ ਗੁਰੂ ਨਾਨਕ ਸਾਹਿਬ ਜੀ ਦਾ ਸ਼ੁਕਰਾਨਾ ਕਰਦੇ, ਸਿਮਰਨ ਕਰਦੇ ਭਾਈ ਮਰਦਾਨਾ ਖੁਸ਼ੀ ਖੁਸ਼ੀ ਆਪਣੇ ਪਿੰਡ ਨੂੰ ਹੋ ਤੁਰੇ। ਏਮਨਾਬਾਦ ਵਿੱਚੋਂ ਲੰਘੇ ਆ, ਜਾਂਦੇ ਨੂੰ ਵੀ ਲੋਕ ਬੋਲੀ ਜਾਂਦੇ, ਕਹਿੰਦੇ ਉਹ ਮਰਾਸੀਆ ਕਿੱਥੇ ਚੱਲੇ ਆ। ਅੱਖਾਂ ਜੀਆਂ ਕੱਢ ਕੇ ਵੇਖਦਾ, ਚੱਲ ਹੁਣ ਕੀ ਕਹਿਣਾ ਇਹਨਾਂ ਨੂੰ, ਕਿੱਥੇ ਲੜਨਾ ਇੱਥੇ, ਤੇ ਪਿੰਡ ਜਾਵਾਂਗੇ। ਕਿਉਂਕਿ ਉਹ ਇਲਾਕਾ ਹੀ ਇਦਾਂ ਦਾ ਸੀ ਜਿੱਥੇ ਮਾੜੇ ਲੋਕ ਵੱਸਦੇ ਆ ਨਾ ਜੀ। ਅੱਜ ਵੀ ਹਰ ਦੇਸ਼ ਵਿੱਚ, ਹਰ ਪਿੰਡ ਵਿੱਚ ਕੁਝ ਘਰ ਐਸੇ ਹੁੰਦੇ ਨੇ ਜਿਨ੍ਹਾਂ ਦੇ ਗਵਾਂਢ ਵਿੱਚੋਂ ਕੋਈ ਲੰਘਣਾ ਵੀ ਪਸੰਦ ਨਹੀਂ ਕਰਦਾ। ਲੜਾਈ ਝਗੜਾ ਕਲੇਸ਼, ਡਾਂਗੋ ਡਾਂਗੀ, ਗਾਲੋ ਗਾਲੀ। ਭਾਈ ਮਰਦਾਨਾ ਇੱਥੋਂ ਨਿਕਲੇ ਨੇ ਏਮਨਾਬਾਦ ਤੋਂ, ਚਲਦੇ ਚਲਦੇ ਆਪਣੇ ਨਗਰ ਨੂੰ ਹੋ ਗਏ। ਬੜਾ ਤੇਜ਼ ਤੇਜ਼ ਤੁਰਦੇ ਆ ਵੀ ਛੇਤੀ ਪਿੰਡ ਪੁੱਜ ਜਾਵਾਂ। ਤੇਹ ਪਛਚਾਤ ਦਾਸ ਦੁਖ ਖੰਡਨ, ਰਾਜਤ ਨਗਦ ਉਦਾਰੂ। ਮਰਦਾਨਾ ਜੀ ਦੀ ਵਿਦਾਇਗੀ ਤੋਂ ਬਾਅਦ ਗੁਰੂ ਨਾਨਕ ਸਾਹਿਬ ਮਹਾਰਾਜ ਬੜੇ ਆਨੰਦ ਵਿੱਚ ਬੇਪਰਵਾਹ ਹੋ ਕੇ ਭਾਈ ਲਾਲੋ ਜੀ ਦੇ ਘਰ ਦੇ ਵਿੱਚ ਵਿਰਾਜਦੇ ਨੇ, ਵਿਚਰਦੇ ਨੇ ਬੜੇ ਆਨੰਦ ਚ, ਬੇਪਰਵਾਹੀ, ਕੋਈ ਖੌਫ ਨਹੀਂ, ਕੋਈ ਗਮ ਨਹੀਂ ਵੀ ਮਰਦਾਨਾ ਜੀ ਚੱਲ ਗਏ, ਆਉਣਗੇ ਕਿ ਨਹੀਂ ਆਉਣਗੇ, ਕੋਈ ਚਿੰਤਾ ਨਹੀਂ ਹੈ। ਸਗੋਂ ਆਨੰਦਤ ਨੇ। ਕਿਤੇ ਨਾ ਕਿਤੇ ਮਰਦਾਨਾ ਜੀ ਦਾ ਫਿਕਰ ਕਰਨਾ ਪੈਂਦਾ ਸੀ, ਰੋਟੀ ਖਾਧੀ ਕਿ ਨਹੀਂ ਖਾਧੀ, ਇਹ ਨਾਰਾਜ਼ ਤੇ ਨਹੀਂ, ਇਹਦਾ ਚਿੱਤ ਲੱਗਿਆ ਕਿ ਨਹੀਂ ਲੱਗਿਆ। ਅੱਜ ਬੇਪਰਵਾਹ ਹੋ ਕੇ ਸਤਿਗੁਰ ਚੌਂਕੜਾ ਲਾ ਕੇ ਕਈ ਘੰਟੇ ਆਪਣੇ ਆਨੰਦ ਵਿੱਚ ਬੈਠਦੇ ਨੇ। ਬਾਸਰ ਬਨ ਮਿਹ ਜਾਏ ਬਿਰਾਜਹਿ, ਕਮਲ ਬਦਨ ਦੁਖ ਕਦਨਾ। ਇੱਥੇ ਭਾਈ ਵਾਲਾ ਜੀ ਦੱਸ ਰਹੇ ਨੇ ਗੁਰੂ ਨਾਨਕ ਸਾਹਿਬ ਜੀਆਂ ਦੀ ਏਮਨਾਬਾਦ ਵਿੱਚ ਰੂਟੀਨ ਕੀ ਹੈ, ਰੋਜ਼ ਸਤਿਗੁਰ ਕੀ ਕਰਦੇ ਆ। ਸਵੇਰ ਦਾ ਵੇਲਾ ਹੁੰਦਾ, ਇਸ਼ਨਾਨ ਤੋਂ ਬਾਅਦ ਸਤਿਗੁਰ ਸੱਚੇ ਪਾਤਸ਼ਾਹ ਏਮਨਾਬਾਦ ਦੇ ਸੰਘਣੇ ਜੰਗਲਾਂ 'ਚ ਜਾ ਬੈਠਦੇ ਆ। ਜੰਗਲਾਂ 'ਚ ਕਿਉਂ ਜਾਂਦੇ ਆ? ਇੱਕ ਤੇ ਕੁਦਰਤ ਦੇ ਨੇੜੇ, ਕੁਦਰਤ ਵਿੱਚ ਕਾਦਰ ਵਸਦਾ ਹੈ। ਦੂਜਾ ਇਹ ਸੜਦੇ ਬਲਦੇ ਸੰਸਾਰ ਤੋਂ ਦੂਰ ਇਕਾਂਤ। ਕਈ ਘੰਟੇ ਸਤਿਗੁਰ ਚੌਂਕੜਾ ਲਾ ਕੇ ਬਹਿੰਦੇ ਆ। ਇਸੇ ਕਰਕੇ ਏਮਨਾਬਾਦ ਦੇ ਲੋਕ ਕਹਿੰਦੇ ਸੀ ਨਾਨਕ ਜੀ ਤਪਾ ਨੇ। ਤਪਾ ਕਿਹਨੂੰ ਕਹਿੰਦੇ ਆ? ਤਪ ਕਰਨ ਵਾਲਾ, ਤਪਸਵੀ, ਜੋ ਤਪਾਉਂਦਾ ਹੋਵੇ ਸਰੀਰ। ਭੁੱਖੇ ਪਿਆਸੇ ਬੈਠੇ ਰਹਿਣਾ ਇਹ ਤਾਪੀ ਤੇ ਹੈ, ਤਪੱਸਿਆ ਤੇ ਹੈ। ਜਗਤ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਏਮਨਾਬਾਦ ਦੇ ਜੰਗਲਾਂ ਵਿੱਚ ਲਾ ਕੇ ਚੌਂਕੜਾ ਸਾਰਾ ਦਿਨ ਆਪਣੇ ਆਪ ਵਿੱਚ ਜੁੜੇ ਰਹਿੰਦੇ ਨੇ। ਜਬੈ ਵਿਭਾਵਰ ਹੋਵੇ ਲਖਹੀ, ਆਵੇਂ ਲਾਲੋ ਸਦਨਾ। ਜਿਉਂ-ਜਿਉਂ ਸੂਰਜ ਢਲਦਾ ਹੈ, ਛਿਪਦਾ ਜਾਂਦਾ ਹੈ, ਸ਼ਾਮ ਦੇ ਵੇਲੇ ਸਤਿਗੁਰੂ ਜੀ ਉੱਠਦੇ ਆ, ਮੋਢੇ ਤੇ ਰੱਖਿਆ ਚਾਦਰਾ, ਹੌਲੀ ਹੌਲੀ ਕਦਮ ਗੁਰੂ ਨਾਨਕ ਸਾਹਿਬ ਮਹਾਰਾਜ ਲਾਲੋ ਜੀ ਦੇ ਗ੍ਰਹਿ ਆ ਜਾਂਦੇ ਆ, ਘਰੇ ਆ ਜਾਂਦੇ ਆ। ਤੇ ਭਾਈ ਲਾਲੋ ਉਹ ਬੜਾ ਪਿਆਰ ਵਿੱਚ ਬੈਠਾ ਸਤਿਗੁਰਾਂ ਦੀ ਉਡੀਕ ਕਰਦਾ ਰਹਿੰਦਾ ਵੀ ਕਦੋਂ ਸ਼ਾਮ ਹੋਊਗੀ। ਸ਼ਾਮ ਹੀ ਨਹੀਂ ਹੋਣ ਚਾਹੁੰਦੀ। ਸੱਜਣ ਪਿਆਰੇ ਦੇ ਦੀਦਾਰ ਕਰਨੇ ਆ, ਸਤਿਗੁਰਾਂ ਦਾ ਸੰਗ ਕਰਨਾ ਹੈ, ਉਹਨਾਂ ਦੇ ਕੋਲ ਬਹਿਣਾ ਚਾਹੁੰਦਾ ਏ।
ਕਹਿੰਦੇ ਪਹਾੜ ਵਰਗਾ ਦਿਨ ਲੰਘਦਾ ਹੈ ਭਾਈ ਲਾਲੋ ਜੀ ਦਾ, ਵਕਤ ਗੁਜ਼ਰਦਾ ਹੀ ਨਹੀਂ। ਜਿਉਂ ਸੂਰਜ ਛਿਪਦਾ ਹੈ ਕਹਿੰਦੇ ਚਿਹਰੇ ਤੇ ਸਮਾਈਲ ਆ ਜਾਂਦੀ ਹੈ, ਹਾਸਾ ਆ ਜਾਂਦਾ ਹੈ, ਖੁਸ਼ੀ ਆ ਜਾਂਦੀ ਹੈ। ਸੁਭਾਵਕ ਉਸ ਸਮੇਂ ਦੌਰਾਨ ਗੁਰੂ ਨਾਨਕ ਸਾਹਿਬ ਮਹਾਰਾਜ ਹੌਲੀ ਹੌਲੀ ਕਦਮ ਦਰ ਕਦਮ ਚੱਲਦੇ ਭਾਈ ਲਾਲੋ ਜੀ ਦੇ ਵਿਹੜੇ ਵਿੱਚ ਪ੍ਰਵੇਸ਼ ਹੁੰਦੇ ਨੇ। ਕਰਤ ਪ੍ਰੀਤ ਸੋ ਅਸਨ ਤਿਆਰਾ, ਬਿਨੈ ਭਾਖੀ ਅਚਵਾਵੇ। ਤੇ ਹੁਣ ਜਦੋਂ ਸਤਿਗੁਰ ਘਰ ਆਉਂਦੇ ਆ ਤੇ ਭਾਈ ਲਾਲੋ ਜੀ ਸਤਿਗੁਰਾਂ ਦੇ ਵਾਸਤੇ ਤਰ੍ਹਾਂ ਤਰ੍ਹਾਂ ਦੇ ਪਕਵਾਨ ਬਣਾਉਂਦੇ ਆ। ਕੋਸ਼ਿਸ਼ ਕਰਦੇ ਆਪਣੇ ਵੱਲੋਂ, ਗਰੀਬ ਤੇ ਗਰੀਬੀ ਅਲੱਗ ਚੀਜ਼ ਹੈ। ਚਾਅ, ਸ਼ੌਂਕ ਤੇ ਖੁਸ਼ੀ ਇਹ ਕੋਈ ਵੀ ਖਰੀਦ ਸਕਦਾ ਹੈ, ਇਹ ਕਿਸੇ ਦੇ ਜੀਵਨ 'ਚ ਵੀ ਆ ਸਕਦੀ ਹੈ। ਪੈਸੇ ਨਾਲ ਖੁਸ਼ੀ ਨਹੀਂ ਖਰੀਦੀ ਜਾ ਸਕਦੀ, ਮਾਇਆ ਨਾਲ ਤੁਸੀਂ ਸੁੱਖ ਨਹੀਂ ਖਰੀਦ ਸਕਦੇ। ਮਾਇਆ ਨਾਲ ਗੱਦਾ ਖਰੀਦ ਸਕਦੇ ਹੋ, ਏਸੀ ਖਰੀਦ ਸਕਦੇ ਹੋ, ਨੀਂਦ ਨਹੀਂ ਖਰੀਦ ਸਕਦੇ। ਪੈਸੇ ਦੇ ਨਾਲ ਪਦਾਰਥ ਖਰੀਦ ਸਕਦੇ ਹੋ, ਜਵਾਨੀ ਨਹੀਂ ਖਰੀਦ ਸਕਦੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਦੋਂ ਆਉਂਦੇ ਆ ਨਾ, ਸਤਿਗੁਰਾਂ ਦੇ ਆਉਣ ਤੋਂ ਹੀ ਇੰਨੀ ਖੁਸ਼ੀ ਚੜ ਜਾਂਦੀ ਹੈ। ਭਾਈ ਲਾਲੋ ਬੇਸ਼ੱਕ ਥੱਕੇ ਟੁੱਟੇ ਹੁੰਦੇ ਆ, ਮਹਾਰਾਜ ਵਾਸਤੇ ਪ੍ਰਸ਼ਾਦਾ ਤਿਆਰ ਕਰਦੇ ਆ ਤੇ ਆ ਕੇ ਕਹਿੰਦੇ ਸਵਾਮੀ ਜੀ ਭੋਜਨ ਤਿਆਰ ਹੈ। ਜਦੋਂ ਆਪ ਜੀ ਦੀ ਰਜਾ ਹੋਵੇ ਗੁਰੂ ਨਾਨਕ ਸਾਹਿਬ ਮਹਾਰਾਜ ਇਸ਼ਨਾਨ ਕਰਦੇ ਆ, ਫਿਰ ਸੰਧਿਆ ਵੇਲੇ ਦਾ ਭੋਜਨ ਕਰਦੇ ਨੇ ਤੇ ਕਦੇ ਕਦਾਈ ਸਤਿਗੁਰ ਭੋਜਨ ਨਹੀਂ ਛਕਦੇ। ਐਸਾ ਵੀ ਹੁੰਦਾ ਵੀ 24 ਘੰਟਿਆਂ 'ਚ ਇੱਕ ਵਾਰ ਛਕ ਲਿਆ, ਕਈ ਵਾਰ 2 ਦਿਨਾਂ ਬਾਅਦ ਛਕ ਲਿਆ, ਪਰ ਭਾਈ ਲਾਲੋ ਬਾਰ-ਬਾਰ ਤਰਲੇ ਮਿੰਨਤਾਂ ਬੇਨਤੀਆਂ ਕਰਕੇ ਸਤਿਗੁਰਾਂ ਨੂੰ ਭੋਜਨ ਛਕਾਉਂਦਾ ਏ। ਭਗਤ ਵਛਲ ਬਹੁ ਭਗਤ ਦੇਖ ਕੇ, ਭੋਜਨ ਤੇ ਕਰ ਪਾਵੇਂ। ਹੁਣ ਸਤਿਗੁਰ ਬੇਸ਼ੱਕ ਭੋਜਨ ਛਕਣਾ ਨਹੀਂ ਚਾਹੁੰਦੇ, ਪਰ ਭਾਈ ਲਾਲੋ ਦਾ ਪ੍ਰੇਮ ਹੈ, ਉਹ ਉਦੋਂ ਤੱਕ ਰੋਟੀ ਨਹੀਂ ਖਾਂਦਾ ਜਦੋਂ ਤੱਕ ਸਤਿਗੁਰ ਨਹੀਂ ਛਕਦੇ। ਇਹ ਪ੍ਰੇਮ ਦੀ ਨਿਸ਼ਾਨੀ ਹੈ। ਭਾਈ ਲਾਲੋ ਉਦੋਂ ਤੱਕ ਭੋਜਨ ਨਹੀਂ ਕਰਦਾ ਜੇ ਸਤਿਗੁਰ ਨਹੀਂ ਛਕਦੇ ਤੇ ਲਾਲੋ ਜੀ ਵੀ ਨਹੀਂ ਛਕਦੇ। ਪਰ ਸਤਿਗੁਰ ਫਿਰ ਵੇਖਦੇ ਆ ਵੀ ਇਹ ਕਿਰਤੀ ਸਿੱਖ ਹੈ, ਜੇ ਅਸੀਂ ਨਹੀਂ ਛਕਾਂਗੇ ਭੋਜਨ ਇਹਨੇ ਵੀ ਨਹੀਂ ਕਰਨਾ ਤੇ ਫਿਰ ਗੁਰੂ ਪਾਤਸ਼ਾਹ ਨੂੰ ਕਰਨਾ ਪੈਂਦਾ। ਤੇ ਲਾਲੋ ਜੀ ਸਤਿਗੁਰਾਂ ਦੇ ਸਨਮੁਖ ਬੈਠ ਕੇ ਭੋਜਨ ਕਰਦੇ ਆ। ਉਦੋਂ ਜਦੋਂ ਸਤਿਗੁਰ ਛਕ ਲੈਂਦੇ ਆ, ਪ੍ਰੇਮ ਦੇ ਵੱਧੇ ਸਤਿਗੁਰ ਰੋਜ਼ ਭੋਜਨ ਕਰਦੇ ਆ, ਰੋਜ਼। ਅੱਗੇ ਤੇ ਕਈ ਵਾਰ ਇਹੋ ਜਿਹਾ ਸਮਾਂ ਲੰਘ ਜਾਂਦਾ ਸੀ 2-2 ਮਹੀਨੇ ਪ੍ਰਸ਼ਾਦਾ ਨਹੀਂ ਸੀ ਛਕਦੇ। ਤਪ ਹੁਣ ਵੀ ਕਰਦੇ ਆ, ਬੰਦਗੀ ਹੁਣ ਵੀ ਕਰਦੇ ਆ, ਪਰ ਭਾਈ ਲਾਲੋ ਦੇ ਪਿਆਰ ਅੱਗੇ, ਪ੍ਰੇਮ ਅੱਗੇ ਨਿਤ ਝੁਕਣਾ ਪੈਂਦਾ ਏ। ਸਦਾ ਅਧੀਨ ਦਾਸ ਕੀ ਜੋ, ਜਾਤ ਕੋ ਜਾਤ ਨ ਜਾਣੈ। ਸਦਾ ਸਤਿਗੁਰੂ ਆਪਣੇ ਪਿਆਰੇ ਦੇ ਅਧੀਨ ਰਹਿੰਦੇ ਆ, ਪ੍ਰੇਮ ਦੇ ਵਿੱਚ ਸਦਾ ਅਧੀਨਗੀ ਹੁੰਦੀ ਹੈ। ਆਪਾ ਵੇਚ ਦੇਣਾ ਹੁੰਦਾ ਏ, ਕੁਰਬਾਨ ਕਰ ਦੇਣਾ ਹੁੰਦਾ ਏ। ਲੋਕ ਕਹਿੰਦੇ ਸੀ ਤਰਖਾਣ ਹੈ, ਇਹ ਨੀਚ ਜਾਤ ਹੈ, ਇਹ ਸ਼ੂਦਰ ਹੈ, ਪਰ ਸਤਿਗੁਰ ਜੀ ਉਸ ਪਿਆਰੇ ਦੇ ਪਿਆਰ ਵਿੱਚ ਇੰਨੇ ਵਸ ਸੀ ਜਿਹਦੇ ਪਰਥਾਏ ਸਤਿਗੁਰ ਕਹਿੰਦੇ ਨੇ ਸਭ ਕੋ ਤੇਰਾ ਵਸ, ਅਗਮ ਅਗੋਚਰਾ ਤੂੰ ਭਗਤਾਂ ਕੈ ਵਸ, ਭਗਤਾਂ ਤਾਣ ਤੇਰਾ। ਪਿਆਰ ਦੀ ਨਿਸ਼ਾਨੀ ਹੈ ਆਪੇ ਨੂੰ ਬੰਨ੍ਹ ਲੈਣਾ, ਕਾਬੂ ਕਰ ਦੇਣਾ, ਆਪਾ ਆਪ ਗਵਾ ਲੈਣਾ। ਭਾਈ ਲਾਲੋ ਦੇ ਪਿਆਰ 'ਚ ਗੁਰੂ ਨਾਨਕ ਸਾਹਿਬ ਮਹਾਰਾਜ ਕਈ ਵਾਰ ਰੱਜਣ ਤੋਂ ਬਾਅਦ ਵੀ ਭੋਜਨ ਕਰ ਲੈਂਦੇ ਆ। ਪਰ ਕਦੇ ਐਸਾ ਸਮਾਂ 1 ਮਹੀਨੇ ਵਿੱਚ ਨਾ ਆਇਆ ਜਿਸ ਦਿਨ ਭਾਈ ਲਾਲੋ ਸਤਿਗੁਰਾਂ ਨੂੰ ਭੋਜਨ ਨਹੀਂ ਛਕਾਉਂਦੇ। ਸ਼ਿੱਦਤ ਨਾਲ ਬੇਨਤੀਆਂ ਕਰਨੀਆਂ, ਅਰਜ਼ਾਂ ਕਰਨੀਆਂ ਤੇ ਗੁਰੂ ਸਾਹਿਬ ਛਕ ਲੈਂਦੇ ਆ। ਕਦੇ ਦੁੱਧ ਛਕਾਉਣਾ, ਕਦੇ ਪ੍ਰਸ਼ਾਦਾ ਛਕਾਉਣਾ। ਕਈ ਵਾਰ ਇਦਾਂ ਹੋਣਾ ਰਾਤ ਦੀ ਰੋਟੀ ਪਈ ਹੈ, ਸਵੇਰ ਹੁੰਦਿਆਂ ਕੋਧਰੇ ਦੀ ਸੁੱਕੀ ਰੋਟੀ ਮਹਾਰਾਜ ਨੇ ਛਕ ਲੈਣੀ ਤੇ ਭਾਈ ਲਾਲੋ ਨੇ ਮਹਿਸੂਸ ਕਰਨਾ ਪਾਤਸ਼ਾਹ ਤਾਜ਼ਾ ਫੁਲਕਾ ਬਣਾ ਲੈਨੇ ਆ। ਮਹਾਰਾਜ ਕਹਿੰਦੇ ਨਹੀਂ ਲਾਲੋ, ਇੱਥੇ ਜੋ ਬਣਿਆ ਨਾ ਉਹੀ ਲਾਇਆ, ਸਤ ਕਰਦਾ। ਇਹ ਸਮਾਂ ਕਹਿੰਦੇ ਬੜਾ ਸੋਹਣਾ ਲੰਘਦਾ ਰਿਹਾ। ਸਤਿਗੁਰ ਜੀ ਨਹੀਂ ਵੇਖਦੇ ਦੀ ਜਾਤ ਕੀ, ਇਹਦਾ ਧਰਮ ਕੀ, ਇਹਦਾ ਗੋਤ ਕੀ, ਇਹਦਾ ਮਜ਼ਹਬ ਕੀ, ਕਿਉਂਕਿ ਪ੍ਰੇਮ ਦੇ ਵਿੱਚ ਕੋਈ ਜਾਤ ਨਹੀਂ ਹੈ, ਕੋਈ ਧਰਮ ਨਹੀਂ ਹੈ, ਕੋਈ ਉਮਰ ਨਹੀਂ ਹੈ ਜਾਂ ਕੋਈ ਹੋਰ ਖਿਆਲ ਨਹੀਂ ਹੈ, ਉਹ ਸਭ ਸਮਕਾਲ ਹੈ। ਪਰ ਲੋਕਾਂ ਨੂੰ ਭਾਈ ਲਾਲੋ ਦੀ ਜਾਤ ਚੁੱਭਦੀ ਸੀ। ਲੋਕੀ ਇਹਨੂੰ ਮਾੜਾ ਚੰਗਾ ਬੋਲਦੇ ਨੇ। ਗੁਣ ਚਤਰਾਈ ਰੀਜਹਿ ਨਾਹੀ, ਭਾਉ ਭਗਤ ਪਹਿਚਾਨਾ। ਹੁਣ ਸਤਿਗੁਰ ਜੀ ਪ੍ਰੇਮਾ ਭਗਤੀ ਤੇ ਭਾਉ ਭਗਤੀ ਵੇਖਦੇ ਆ। ਭਾਉ ਨਾਮ ਹੈ ਪ੍ਰੇਮ ਦਾ, ਵੀ ਪ੍ਰੇਮ ਨਾਲ ਕਿੰਨਾ ਕੁ ਯਾਦ ਕਰਦਾ ਹੈ। ਕਿਤੇ ਲੋਕਾ ਚਾਰੂ ਰੋਟੀ ਤੇ ਨਹੀਂ ਖਵਾਉਂਦਾ। ਉਦੋਂ ਬੜੇ ਹੋਰ ਵੀ ਲੋਕ ਸੀ, ਕੁਛ ਪੰਡਤ, ਕੁਝ ਹੋਰ ਲੋਕ ਜੋ ਕੋਸ਼ਿਸ਼ ਕਰਦੇ ਸੀ ਤਪਾ ਜੀ ਸਾਡੇ ਘਰ ਰੋਟੀ ਖਾਇਆ ਕਰੋ, ਐਵੇਂ ਕਿੱਥੇ ਗਰੀਬ ਦੇ ਘਰ ਬੈਠੇ, ਉਹਦੇ ਘਰੇ ਕੀ ਹੈ। ਮਰਦ ਕਦੇ ਨਹੀਂ ਗਏ, ਕਦੇ ਵੀ ਨਾ ਗਏ।
ਜਦ ਵੀ ਆਉਣਾ ਰੁੱਖੀ ਮਿੱਸੀ ਖਾ ਕੇ ਭਾਈ ਲਾਲੋ ਦੇ ਘਰੇ ਸ਼ੁਕਰ ਕਰਨਾ। ਤੇ ਲੋਕਾਂ ਨੂੰ ਇਹ ਚੰਗਾ ਨਹੀਂ ਸੀ ਲੱਗਦਾ ਕਿ ਉਹਦੇ ਘਰ ਦੇ ਸੁੱਕੇ ਟਿੱਕੜ ਖਾਂਦੇ ਆ, ਸੁੱਕੀਆਂ ਰੋਟੀਆਂ ਖਾਂਦੇ ਨੇ। ਨਾਨਕ ਤਪਾ ਦੀ ਐਡੀ ਉੱਚੀ ਜਾਤ ਦੇ ਨੇ ਤੇ ਸਾਡੇ ਜਾਤ ਦੇ ਲੋਕ ਫਿਰਦੇ ਉਹਨਾਂ ਦੇ ਘਰੇ ਵੀ ਨਹੀਂ ਆਉਂਦੇ। ਨੀਚ ਪੁਰਸ਼ ਜਾਤ ਕਰਕੇ ਜਿਹਨੂੰ ਕਹਿੰਦੇ ਸੀ ਲੋਕ, ਪਰ ਗੁਰੂ ਨਾਨਕ ਸਾਹਿਬ ਲਈ ਤੇ ਉਹ ਸਾਰਿਆਂ ਤੋਂ ਉੱਚਾ ਏ, ਸਭ ਤੋਂ ਵੱਡਾ ਏ, ਜਿਹਦੇ ਅੰਦਰ ਇੰਨਾ ਪਿਆਰ ਹੈ, ਜਿਹਦੇ ਅੰਦਰ ਇੰਨਾ ਪ੍ਰੇਮ ਹੈ, ਜੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਭੋਜਨ ਕਰਨ ਤੋਂ ਬਿਨਾਂ ਭੋਜਨ ਨਹੀਂ ਛਕਦਾ। ਤੇ ਸਤਿਗੁਰੂ ਉਹਦੇ ਵਸ ਵਿੱਚ ਨੇ ਤੇ ਦੁਨੀਆ ਦੇ ਵਸ ਨਹੀਂ ਆਏ। ਇਸ ਲਈ ਲੋਕ ਮੰਦਾ ਚੰਗਾ ਬੋਲਣ ਲੱਗੇ ਨੇ। ਦਿਜ ਖਤਰੀ ਤਜ ਬੈਸ ਤਹਾਂ ਕੇ, ਸ਼ੂਦਰ ਹੁਤੋ ਤੇ ਖਾਨਾ। ਹੁਣ ਇੱਥੇ ਚਰਚਾ ਹੋਣ ਲੱਗ ਪਈ, ਬ੍ਰਾਹਮਣਾਂ ਦੇ ਢਿੱਡ ਪੀੜ ਉੱਠੇ ਵੀ ਇਹ ਤੇ ਖੱਤਰੀਆਂ ਦੀ ਵੰਸ਼ ਚੋਂ ਨੇ ਗੁਰੂ ਨਾਨਕ ਸਾਹਿਬ। ਖੱਤਰੀਆਂ ਦੇ ਹੋਵੇ, ਵੈਸ਼ਾਂ ਦੇ ਹੋਵੇ, ਖੱਤਰੀ ਬ੍ਰਾਹਮਣ ਤੇ ਵੈਸ਼ ਤਿੰਨੇ ਇਕੱਠੇ ਹੋ ਗਏ। ਗੁਰੂ ਨਾਨਕ ਸਾਹਿਬ ਜੀ ਦੇ ਵਿਰੁੱਧ ਮੋਰਚਾ ਲਾਤਾ। ਕਹਿੰਦੇ ਸ਼ੂਦਰਾਂ ਦੇ ਘਰੇ ਖੱਤਰੀ ਰੋਟੀ ਖਾਵੇ। ਕਹਿੰਦੇ ਸਾਡੇ ਧਰਮ ਨੂੰ ਇਹਨਾਂ ਨੇ ਕਲੰਕਿਤ ਕੀਤਾ ਹੋਇਆ ਹੈ, ਅਸੀਂ ਖੱਤਰੀ ਹੁੰਨੇ ਆ, ਉੱਚੀ ਜਾਤ ਵਾਲੇ ਆ, ਸਾਡਾ ਬ੍ਰਾਹਮਣਾਂ ਨਾਲ ਉੱਠਣਾ ਬੈਠਣਾ ਖਾਣਾ ਪੀਣਾ ਏ, ਪਰ ਸ਼ੂਦਰਾਂ ਦੇ ਘਰੇ ਤੇ ਅਸੀਂ ਲੰਘਦੇ ਵੀ ਨਹੀਂ ਕੋਲੋਂ ਗਲੀ ਚੋਂ। ਤੇ ਬਾਬਾ ਨਾਨਕ ਉਹਨਾਂ ਦੇ ਘਰ ਰਹਿੰਦਾ ਹੈ। ਕਹਿੰਦੇ ਜੀ ਆ ਛੂਤ ਛਾਤ ਦਾ ਜ਼ਹਿਰ ਬਹੁਤ ਵੱਡਾ ਸੀ ਉਹਨਾਂ ਸਮਿਆਂ 'ਚ, ਅੱਜ ਕਿਹੜਾ ਨਹੀਂ ਹੈਗਾ। ਅੱਜ ਤੇ ਬਾਬੇ ਨਾਨਕ ਦੇ ਧਰਮ 'ਚ ਵੀ ਆ ਗਿਆ। ਆਖੋ ਸਤਨਾਮ। ਧਰਮ 'ਚ ਵੀ ਹੈ। ਜਿਹੜਾ ਹੰਕਾਰ ਸਾਡੇ 'ਚ ਹੈ ਨਾ ਜਾਤਾਂ ਦਾ, ਮਾਫ ਕਰਿਓ, ਕੋਈ ਫਾਇਦਾ ਨਹੀਂ ਸਾਡਾ ਸਿੱਖ ਬਣਨ ਦਾ, ਕੋਈ ਫਾਇਦਾ ਨਹੀਂ ਹੈ। ਜੇ ਮੇਰੇ ਅੰਦਰੋਂ ਮੇਰੀ ਜਾਤ ਹੀ ਨਹੀਂ ਜਾਂਦੀ, ਜਾਤ ਦਾ ਅਭਿਮਾਨ ਹੀ ਨਹੀਂ ਜਾਂਦਾ, ਨਾ ਸਿੱਖ ਸੀ ਨਾ ਹਾਂ ਕੌਣਾ ਸੀ। ਕਲਗੀਧਰ ਦੇ ਹੱਥਾਂ ਤੋਂ ਮਰੇ ਹੋਏ ਉਹ ਲੋਕ ਯੁੱਧ ਵਿੱਚ, ਜਿਨ੍ਹਾਂ ਸਿੱਖਾਂ ਦੇ ਘਰੇ ਜੰਮਣਾ ਹੀ ਸੀ। ਆਖੋ ਸਤਨਾਮ। ਇੱਕ ਇੱਕ ਤੀਰ ਨਾਲ 10-10 ਹਜ਼ਾਰ ਮਰਿਆ ਜਿਹੜਾ ਗੱਡੀ ਚੜਿਆ ਹੋਇਆ ਹੈ, ਉਹ ਉਹਨਾਂ ਸਿੱਖਾਂ ਦੇ ਘਰਾਂ 'ਚ ਹੀ ਆਉਣਾ। ਆਪਾਂ ਕਹਿੰਦੇ ਫਲਾਣਾ ਸਿੱਖ ਇਦਾਂ ਕਰਦੇ, ਮਸੰਦੀ ਜੰਮੇ ਹੋਏ ਆ ਮੁਗਲ। ਤੇ ਜਿਹੜੇ ਅਸਲ ਚੜ੍ਹਦੀ ਕਲਾ ਵਾਲੇ ਸਿੱਖ ਨੇ ਨਾ, ਉਹ ਪਤਾ ਕੀ ਕਹਿੰਦੇ ਆ, ਜਾਤ ਪਾਤ ਸਿੰਘਨ ਕੀ ਦੰਗਾ, ਦੰਗਾ ਹੀ ਸਤਿਗੁਰ ਤੇ ਮੰਗਾ। ਕਹਿੰਦੇ ਸਿੱਖਾਂ ਦੀ ਜਾਤ ਕੀ ਹੈ, ਸਿੱਖਾਂ ਦਾ ਧਰਮ ਕੀ ਹੈ। ਕਹਿੰਦੇ ਸਾਡੀ ਜਾਤ ਆ ਡਾਂਗ ਤੇ ਡੇਰਾ, ਅਗਲਾ ਪਿੰਡ ਮੇਰਾ। ਆਖੋ ਸਤਨਾਮ। ਇਹ ਖਾਲਸੇ ਦੀ ਜਾਤ ਹੈ। ਦੰਗਾ ਨਾਮ ਹੈ ਲੜਾਈ ਦਾ, ਦੰਗਾ ਨਾਮ ਹੈ ਝਗੜੇ ਦਾ, ਸੱਚ ਪਿੱਛੇ ਝਗੜਾ ਕਰਨਾ, ਹੱਕ ਪਿੱਛੇ ਝਗੜਾ ਕਰਨਾ। ਕਹਿੰਦੇ ਇਹ ਤੇ ਖਾਲਸੇ ਦੀ ਜਾਤ ਹੈ। ਹੁਣ ਭਾਈ ਲਾਲੋ ਦੇ ਵਿਰੁੱਧ ਮੋਰਚਾ ਖੋਲਦਾ ਜੀ, ਵੀ ਇਹਨੂੰ ਇੰਨਾ ਟੌਰਚਰ ਕਰੋ, ਇੰਨਾ ਤੰਗ ਕਰੋ ਵੀ ਤਪਾ ਨਾਨਕ ਜੀ ਛੱਡ ਕੇ ਚਲੇ ਜਾਣ। ਉਹ ਹਿੰਦੂ ਲੋਕ ਨੇ ਜਿਹੜੇ, ਮੁਸਲਮਾਨ ਲੋਕ ਨੇ ਜਿਹੜੇ, ਖੱਤਰੀ ਬ੍ਰਾਹਮਣ ਲੋਕ ਨੇ ਜਿਹੜੇ, ਕਹਿੰਦੇ ਵੇਖ 36 ਪ੍ਰਕਾਰ ਦੇ ਭੋਜਨ ਛੱਡ ਕੇ ਨਾ, ਉਹ ਟੁੱਟੀ ਜੀ ਕੁੱਲੀ ਵਿੱਚ ਬਹਿ ਕੇ ਨਾਨਕ ਤਪਾ ਸੁੱਕੀਆਂ ਰੋਟੀਆਂ ਖਾਂਦਾ। ਤੇ ਅੱਗੋਂ ਕਹਿੰਦਾ ਮੈਨੂੰ ਲਾਲੋ ਦਾ ਪ੍ਰੇਮ ਬਣਦਾ ਹੈ, ਇਹ ਸਿੱਖ ਹੈ ਮੇਰਾ। ਉਦੋਂ ਨਿੰਦਿਆ ਸ਼ੁਰੂ ਹੋ ਗਈ। ਭਾਈ ਲਾਲੋ ਤਾਂ ਹੀ ਬੜੀਆਂ ਧਮਕੀਆਂ ਆਉਂਦੀਆਂ, ਵੱਧ ਘਾਟੇ ਆਉਂਦੇ ਆ ਵੀ ਤੂੰ ਐਡੀ ਜਾਤ ਦੇ ਮਨੁੱਖ ਨੂੰ ਘਰੇ ਕਿਵੇਂ ਰੱਖ ਸਕਦਾ ਹੈ, ਤੂੰ ਤੇ ਚੌਥੇ ਦਰਜੇ ਦਾ ਬੰਦਾ ਹੈ, ਤੂੰ ਤੇ ਸ਼ੂਦਰ ਹੈ, ਤੇਰੇ ਕੋਲ ਕਿਹੜਾ ਹੱਕ ਹੈ, ਤੇਰੇ ਕੋਲ ਕਿਹੜਾ ਅਧਿਕਾਰ ਹੈ। ਪਰ ਰੱਬ ਦਾ ਪਿਆਰਾ ਭਗਤ ਬੇਪਰਵਾਹ ਹੈ, ਕਿਸੇ ਦੀ ਪਰਵਾਹ ਨਹੀਂ ਕਰਦਾ। ਖਾਏ ਸਾਧ ਸੋ ਭੋਜਨ ਤਾਂ ਕੋ, ਕੇਵਲ ਪ੍ਰੇਮਿੰਗ ਮਾਨਾ। ਹੁਣ ਸਤਿਗੁਰ ਜੀ ਭਾਈ ਲਾਲੋ ਦੇ ਘਰੇ ਭੋਜਨ ਛਕਦੇ ਆ ਪ੍ਰੇਮ ਵਿੱਚ ਬਸ ਕੇ। ਰੋਟੀਆਂ ਦਾ ਭੋਜਨ ਦਾ ਸਵਾਦ ਦਾ ਜ਼ਿਕਰ ਨਹੀਂ ਹੈ। ਜਿੱਥੇ ਪ੍ਰੇਮ ਆ ਨਾ, ਉੱਥੇ ਦਰਜੋਧਨ ਦਾ ਛੱਡ ਕੇ ਤੇ ਆਪਣੇ ਪਿਆਰੇ ਦਾ ਜਾ ਕੇ ਬਿਦਰ ਦਾ ਭੋਜਨ ਕੀਤਾ। ਜਿੱਥੇ ਪ੍ਰੇਮ ਆ ਉੱਥੇ ਭਿਲਣੀ ਦੇ ਬੇਰ ਖਾਦੇ। 36 ਪ੍ਰਕਾਰ ਦੇ ਭੋਜਨ ਕਿਸੇ ਕੰਮ ਨਹੀਂ, ਉਹ ਤੇ ਭਿਖੂ ਸਮਾਨ ਨੇ। ਪਰ ਜਿੱਥੇ ਪ੍ਰੇਮ ਹੋਵੇ ਉੱਥੇ ਸੁੱਕੀ ਰੋਟੀ ਵੀ ਅੰਮ੍ਰਿਤ ਵਰਗੀ ਹੈ। ਕਹਿੰਦੇ ਉਹ ਬੜੇ ਸਵਾਦ ਨਾਲ ਭੋਜਨ ਚੱਖਦੇ ਆ ਲਾਲੋ ਦੇ ਘਰੇ। ਤੇ ਗੁਰੂ ਸਾਹਿਬ ਗਏ ਨਾ ਜੀ ਕਦੇ। 15 ਦਿਨਾਂ ਦਾ ਸਮਾਂ ਹੋ ਗਿਆ, 15 ਦਿਨਾਂ 'ਚ ਕਿਸੇ ਬ੍ਰਾਹਮਣ ਦੇ ਭੋਜ ਤੇ ਨਹੀਂ ਆਏ, ਕਿਸੇ ਖੱਤਰੀ ਦੇ ਨਹੀਂ ਆਏ, ਕਿਸੇ ਵੈਸ ਦੇ ਨਹੀਂ ਆਏ। ਬੜੇ ਆ ਕੇ ਬੇਨਤੀਆਂ ਕਰਦੇ ਸਾਡੇ ਘਰ ਰੋਟੀ ਖਾ ਲਿਆ ਕਰੋ, ਨਹੀਂ ਜਾਂਦੇ ਮਰਦ। ਕਿਸੇ ਦੀ ਸੁਣਦੇ ਵੀ ਨਹੀਂ। ਸ਼ਾਪਤ ਪਾਉ ਹੰਕ ਤੇ ਪੂਨਾ, ਜਿਦੇ ਆਨੰਦ ਨਾ ਮਾਵੇ। ਪਰ ਇੱਥੇ ਰੱਬ ਵਰਤ ਰਿਹਾ ਹੈ, ਆਨੰਦ ਵਰਤ ਰਿਹਾ ਹੈ। ਸਾਰੀ ਸਾਰੀ ਰਾਤ ਭਾਈ ਲਾਲੋ ਸਤਿਗੁਰਾਂ ਨੂੰ ਪੱਖੀ ਝੁੱਲਦਾ ਰਹਿੰਦਾ ਹੈ, ਕੱਪੜੇ ਨਾਲ ਹਵਾ ਝੁੱਲਦਾ ਹੈ। ਰਾਤ ਭਰ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਬੈਠ ਕੇ ਚਰਨ ਘੁੱਟਦਾ ਰਹਿੰਦਾ ਹੈ। ਮਹਾਰਾਜ ਨੇ ਬੜੀ ਵਾਰ ਕਹਿਣਾ ਭਾਈ ਲਾਲੋ ਚਰਨ ਨਾ ਘੁੱਟਿਆ ਕਰ। ਕਹਿੰਦਾ ਨਹੀਂ ਪਾਤਸ਼ਾਹ ਤੁਸੀਂ ਇਹ ਨਹੀਂ ਕਹਿਣਾ,
ਸਾਰੀ ਰਾਤ ਹੀ ਉਹ ਸੇਵਾ 'ਚ ਲੱਗਿਆ ਰਹਿੰਦਾ। ਉਹਦੇ ਕਿੱਡੇ ਵੱਡੇ ਕਰਮ ਹੋਣੇ, ਜਿਹਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਛੋਹ ਮਿਲੀ, ਚਰਨਾਂ ਨੂੰ ਸਪਰਸ਼ ਕਰਨ ਦਾ ਮੌਕਾ ਮਿਲਿਆ, ਲੋਕਾਂ ਤੋਂ ਬਰਦਾਸ਼ਤ ਨਹੀਂ ਸੀ ਹੁੰਦਾ। ਉਹ ਗੁਰੂ ਸਾਹਿਬ ਦੇ ਨਾਲ ਨਫ਼ਰਤ ਕਰਦੇ ਸੀ, ਈਰਖਾ ਕਰਦੇ ਸੀ ਵੀ ਖੱਤਰੀ ਹੋ ਕੇ ਇੱਕ ਸ਼ੂਦਰ ਤੋਂ ਹੱਥ ਲਵਾਉਂਦੇ ਆ, ਉਹਦੇ ਘਰ ਦਾ ਭੋਜਨ ਖਾਂਦੇ ਨੇ। ਕ੍ਰਿਤ ਕਰਤ ਸਭ ਆਪਣੀ, ਨਿਸ ਸੇਵਾ ਚਿਤ ਲਾਵੇ। ਹੁਣ ਲਾਲੋ ਜੀ ਦੀ ਸੇਵਾ ਵੱਡੀ ਕਿਉਂ ਹੈ? ਕਿਉਂ ਵੱਡੀ ਹੈ? ਕਹਿੰਦੇ ਸਾਰਾ ਦਿਨ ਉਹਨਾਂ ਨੇ ਕਿਰਤ ਕਰਨੀ ਆਪਣੀ, ਜਿਹੜਾ ਕੰਮ ਆ ਉਹਨਾਂ ਦਾ ਲੱਕੜ ਦਾ ਉਹ ਕਰਨਾ, ਥੱਕ ਜਾਂਦੇ ਨੇ, ਘੰਟਾ 2 ਘੰਟਾ ਆਰਾਮ ਕਰਨਾ, ਰਾਤ ਭਰ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਘੁੱਟਣੇ। ਆਹ ਸੇਵਾ ਏ। ਏਸੀ 'ਚ ਉੱਠ ਕੇ ਆ ਕੇ 2-15 ਮਿੰਟ ਝਾੜੂ ਲਾ ਗਿਆ ਤੇ ਬੰਦਾ ਕਹਿੰਦਾ ਮੈਂ ਬਹੁਤ ਵੱਡੀ ਸੇਵਾ ਕਰ ਲਈ। ਸੇਵਾ ਇਹ ਨਹੀਂ ਮਿੱਟੀ 'ਚ ਮਿੱਟੀ ਹੋਣਾ ਸੇਵਾ ਏ। ਸਾਰੀ ਰਾਤ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਘੁੱਟੀ ਜਾਣਾ, ਪੱਖਾ ਝੁੱਲੀ ਜਾਣਾ, ਨੀਂਦ ਵੀ ਆਉਣੀ, ਪਰ ਪਿਆਰ ਤੇ ਚਾਅ 'ਚ ਸੌਂਦੇ ਨਹੀਂ। ਇਹਨੂੰ ਕਹਿੰਦੇ ਇਸ਼ਕ ਹਕੀਕੀ, ਜਿੱਥੇ ਪਿਆਰੇ ਦੀ ਯਾਦ ਵਿੱਚ ਨੀਂਦ ਨਾ ਆਵੇ, ਪਿਆਰੇ ਦੇ ਪਿਆਰ ਵਿੱਚ ਚੈਨ ਨਾ ਆਵੇ, ਸਾਰੀ ਰਾਤ ਬੈਠੇ ਰਹਿੰਦੇ, ਚਾਹ ਤਾਜ਼ਾ ਸਰੀਰ ਫਰੈਸ਼ ਰਹਿੰਦੇ ਨੇ ਭਾਈ ਲਾਲੋ, ਚਿੰਤਾ ਹੀ ਕੋਈ ਨਹੀਂ, ਕਿਉਂਕਿ ਰੱਬ ਕੋਲੇ ਬੈਠਾ ਹੈ, ਸਤਿਗੁਰ ਕੋਲ ਬੈਠੇ ਆ। ਨੀਂਦ ਆਉਂਦੀ ਵੀ ਹੈ, ਉਹਨੂੰ ਹਟਕਾ ਦਿੰਦੇ ਆ, ਪਾਸੇ ਕਰ ਦਿੰਦੇ ਆ, ਦਿਨ ਦੇ ਵਿੱਚ ਆਪਣਾ ਕੰਮ ਛੱਡ ਕੇ ਥੋੜਾ ਹੀ ਦੇਰ ਆਰਾਮ ਕਰ ਲੈਂਦੇ ਆ, ਪਰ ਰਾਤ ਭਰ ਕਦੇ ਅੱਖ ਨਹੀਂ ਲਾਉਂਦੇ। ਸਾਰੀ ਰਾਤ ਸੇਵਾ ਕਰਨੀ। ਗੁਰੂ ਨਾਨਕ ਸਾਹਿਬ ਮਹਾਰਾਜ ਭਾਈ ਲਾਲੋ ਦੀ ਇਹ ਸੇਵਾ ਵੇਖ ਉਹ ਤੋਂ ਕੁਰਬਾਨ ਜਾਂਦੇ ਨੇ। ਆਤਮ ਕੋ ਅਭਿਆਸ ਪਨਹਿ ਗੁਰ, ਤੂੰ ਸਤ ਚਿਤ ਆਨੰਦਾ। ਰੋਜ਼ ਗੱਲਾਂ ਕੀ ਹੁੰਦੀਆਂ ਨੇ? ਭਾਈ ਬਾਲਾ ਜੀ ਗੁਰੂ ਅੰਗਦ ਦੇਵ ਮਹਾਰਾਜ ਨੂੰ ਸੁਣਾਉਂਦੇ ਆ, ਕਹਿੰਦੇ ਰਾਤ ਭਰ ਸਤਿਗੁਰ ਜੀ ਆਤਮਾ ਦਾ ਅਭਿਆਸ ਦੱਸਦੇ ਨੇ, ਮਨ ਦਾ, ਵੀ ਇਹ ਮਨ ਵਸ ਕਿਵੇਂ ਹੁੰਦਾ ਹੈ, ਲਾਲੋ ਇਹਨੂੰ ਕਾਬੂ ਕਿਵੇਂ ਕਰੀਦਾ, ਤੂੰ ਰੱਬ ਰੂਪ ਕਿਵੇਂ ਹੈ। ਕਹਿਣ ਨੂੰ ਤੇ ਮੈਂ ਵੀ ਕਹਿਣਾ ਮੈਂ ਰੱਬਾਂ, ਤੁਸੀਂ ਵੀ ਰੱਬੋਂ, ਸਾਰੀ ਦੁਨੀਆ ਰੱਬ ਆ, ਪਰ ਰੱਬ ਦੀ ਅੰਸ਼ ਚੋਂ ਆ। ਇਹ ਤੇ ਇੱਕ ਦੁਨਿਆਵੀ ਗੱਲ ਹੈ। ਮੰਨਿਆ ਕਿਨੇ ਹੈ, ਜਾਣਿਆ ਕਿਨੇ ਹੈ, ਉਸ ਪਹਿਲ ਤੱਕ ਵੇਖਿਆ ਤੱਕਿਆ ਕਿਨੇ ਹੈ। ਇਹ ਅਵਸਥਾ ਬਹੁਤ ਵੱਡੀ ਹੈ। ਰੱਬ ਸਾਰਿਆਂ 'ਚ ਵੇਖਿਆ ਭਾਈ ਕਨ੍ਹਈਆ ਜੀ ਨੇ, ਦੁਸ਼ਮਣ ਲੱਭਿਆ ਕੋਈ, ਉਹਨੂੰ ਦੁਸ਼ਮਣ ਵਿੱਚ ਵੀ ਆਵਾਜ਼ਾਂ ਵਾਲਾ ਸਤਿਗੁਰ ਦਿਸਦਾ ਸੀ, ਉਹੀ ਦਿਸਦਾ ਸੀ ਪਾਣੀ ਮੰਗਦਾ। ਇਹ ਉਹ ਅਵਸਥਾ ਹੈ ਜਿਹਨੂੰ ਕਹਿੰਦੇ ਆਤਮਜ ਅਵਸਥਾ। ਰਾਤ ਭਰ ਗੁਰੂ ਨਾਨਕ ਸਾਹਿਬ ਮਹਾਰਾਜ ਮਨ, ਰੂਹ, ਆਤਮਾ ਇਹਨਾਂ ਨੂੰ ਇੱਕ ਮਿਕ ਕਰਨ ਦਾ ਤਰੀਕਾ ਦੱਸਦੇ ਨੇ। ਰਾਗ ਦਵੈਖ ਤੇ ਹੀਨ ਸਰੂਪਾ, ਭਵ ਮਿਤ ਬਿਨ ਸੁਖ ਕੰਦਾ। ਇਹ ਅਵਸਥਾ ਭਾਈ ਲਾਲੋ ਦੀ ਬਣਨੀ ਸ਼ੁਰੂ ਹੋ ਗਈ। ਪਹਿਲਾ ਸੀ ਕੱਲਾ ਭਗਤ। ਇਹ ਅਲੱਗ-ਅਲੱਗ ਅਵਸਥਾਵਾਂ ਨੇ। ਸੰਤ ਹੋਣਾ ਹੋਰ ਚੀਜ਼ ਹੈ, ਭਗਤ ਹੋਣਾ ਹੋਰ ਚੀਜ਼ ਹੈ, ਸਿੱਖ ਹੋਣਾ ਹੋਰ ਚੀਜ਼ ਹੈ, ਸਾਧ ਹੋਣਾ ਹੋਰ ਚੀਜ਼ ਹੈ, ਬ੍ਰਹਮ ਗਿਆਨੀ ਹੋਣਾ ਹੋਰ ਚੀਜ਼ ਹੈ, ਤਤ ਬੇਤਾ ਬਣਨਾ ਹੋਰ ਚੀਜ਼ ਹੈ। ਇਹ ਸਟੇਜਾਂ ਨੇ, ਡਿਗਰੀਆਂ ਨੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਸੰਗਤ ਵਿੱਚ ਬੈਠੇ ਰਹਿੰਦੇ ਸਾਰੀ ਰਾਤ। ਮਹਾਰਾਜ ਕਹਿੰਦੇ ਰਾਗ ਦਵੈਖ, ਪ੍ਰੇਮ ਅਤੇ ਈਰਖਾ, ਇਹ ਤੇਰੇ ਮਨ ਚੋਂ ਵਿਸਰ ਜਾਣ। ਇਹ ਦੋਨੇ ਚੀਜ਼ਾਂ ਹੋਣੀਆਂ ਨਹੀਂ ਚਾਹੀਦੀਆਂ। ਨਾ ਕਿ ਈਰਖਾ ਹੋਵੇ ਕਿਸੇ ਨਾਲ, ਕੋਈ ਮਾੜਾ ਕਰ ਗਿਆ ਉਹ ਵੀ ਆਪਣਾ ਹੀ ਹੈ, ਕੋਈ ਭਲਾ ਕਰ ਗਿਆ ਉਹ ਵੀ ਆਪਣਾ ਹੀ ਹੈ। ਕਿਸੇ ਨਾਲ ਸਾੜਾ ਨਹੀਂ, ਕਿਸੇ ਨਾਲ ਨਫ਼ਰਤ ਨਹੀਂ, ਕਿਸੇ ਨਾਲ ਉਚੇਚਾ ਪਿਆਰ ਵੀ ਨਹੀਂ। ਇਸੇ ਕਰਕੇ ਕਹਿੰਦੇ ਆ ਨਾ, ਰੱਬ ਦੇ ਪਿਆਰੇ ਕਿਸੇ ਦੇ ਮਿੱਤਰ ਨਹੀਂ, ਜੋ ਮਿੱਤਰ ਕਿਸੇ ਦੇ ਨਹੀਂ ਤੇ ਦੁਸ਼ਮਣ ਵੀ ਕਿਸੇ ਦੇ ਨਹੀਂ। ਆਖੋ ਸਤਨਾਮ। ਨਾ ਕਾਹੂ ਸਿਓ ਦੋਸਤੀ, ਨਾ ਕਾਹੂ ਸਿਓ ਵੈਰ। ਸਤਿਗੁਰ ਕਹਿੰਦੇ ਨਾ ਕਿਸੇ ਦੇ ਉਹ ਮਿੱਤਰ ਨੇ ਤੇ ਨਾ ਕਿਸੇ ਦੇ ਵੈਰੀ ਨੇ। ਭਾਈ ਲਾਲੋ ਜੀ ਉਸ ਅਵਸਥਾ ਤੇ ਆਉਣ ਲੱਗ ਪਏ। ਹੁਣ ਫਰਕ ਨਹੀਂ ਪੈਂਦਾ ਲੋਕ ਕੀ ਕਹਿੰਦੇ ਆ। ਅੱਗੇ ਮਾੜਾ ਮੋਟਾ ਆਉਂਦਾ ਸੀ, ਮੈਨੂੰ ਲੋਕ ਸ਼ੂਦਰ ਕਹਿੰਦੇ ਆ, ਚੱਲ ਕੋਈ ਨਹੀਂ, ਰੱਬ ਸਾਡੇ ਘਰ ਆਇਆ ਹੈ। ਪਰ ਹੁਣ ਐਸੀ ਕਿਰਪਾ ਹੋਈ, ਰਾਗ ਦਵੈਸ਼, ਈਰਖਾ ਤੇ ਪ੍ਰੇਮ ਦੋਨੇ ਚੀਜ਼ਾਂ ਮਨ ਚੋਂ ਵਿਸਰ ਗਈਆਂ ਜੀ। ਪ੍ਰੇਮ ਕਹਿੰਦਾ ਆ ਵੀ ਮੇਰਾ, ਪਰਿਵਾਰ ਮੇਰਾ, ਸੰਸਾਰ ਮੇਰਾ। ਈਰਖਾ ਕਹਿੰਦੀ ਹੈ ਇਹ ਮੇਰਾ ਦੁਸ਼ਮਣ, ਇਹ ਮੇਰਾ ਵਿਰੋਧੀ, ਮੈਨੂੰ ਇਹ ਤੋਂ ਖਤਰਾ ਏ। ਰੱਬ ਦੇ ਪਿਆਰਿਆਂ ਨੂੰ ਤੇ ਸਾਹਮਣੇ ਜਲਾਦ ਦੇ ਖੜਿਆਂ ਖਤਰਾ ਨਹੀਂ। ਉਹਦੇ ਨਾਲ ਵੀ ਹੱਸ ਕੇ ਗੱਲਾਂ ਕਰਦੇ, ਕਹਿੰਦੇ ਤੇਰਾ ਕਰਮ ਹੈ ਸਾਡੇ ਸਿਰ ਤੇ ਆਰਾ ਚਲਾਉਣਾ, ਮੈਂ ਤੈਨੂੰ ਮਾੜਾ ਕਿਉਂ ਕਹਿਣਾ। ਇਹ ਤੇ ਕਿਰਤ ਆ ਨਾ ਤੇਰੀ, ਕਰਮ ਹੈ ਤੇਰਾ, ਤੈਨੂੰ ਹੁਕਮ ਹੋਇਆ ਹੈ। ਜਲਾਦ ਫਾਂਸੀ ਦਿੰਦਾ ਹੈ, ਉਹਦੇ ਨਾਲ ਹੱਸੀ ਜਾਂਦੇ ਆ। ਕਹਿੰਦੇ ਤੇਰਾ ਫਰਜ਼ ਹੈ, ਤੂੰ ਸਾਨੂੰ ਮਾਰਨਾ ਹੈ, ਕਿਉਂਕਿ ਮਾਰਨ ਵਾਲਾ ਕਰਤਾਰ ਹੈ, ਬੰਦਾ ਨਹੀਂ ਹੈ।
ਇਹ ਅਵਸਥਾ ਭਾਈ ਲਾਲੋ ਜੀ ਨੂੰ ਸਮਝ ਆਉਣੀ ਸ਼ੁਰੂ ਹੋ ਗਈ। ਸਾਰੀ ਸਾਰੀ ਰਾਤ ਬਹਿ ਕੇ ਅਭਿਆਸ ਹੁੰਦਾ ਹੈ, ਸਿਮਰਨ ਹੁੰਦਾ ਹੈ, ਬੰਦਗੀ ਕਰਦੇ ਨੇ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਉਹਨਾਂ ਤੋਂ ਸ਼ਬਦ ਸੁਣਦੇ ਨੇ, ਪਿਆਰ ਵਿੱਚ ਭਿੱਜ ਕੇ ਲਾਲੋ ਜੀ ਗੁਰੂ ਦੀ ਬਾਣੀ ਗਾਉਂਦੇ ਨੇ। ਕਰਿਆ ਏਕ ਪਰਮਾਤਮ ਪੂਰਨ, ਜੇ ਬਿਨ ਜੜ ਹੈ ਮਾਇਆ। ਸਤਿਗੁਰਾਂ ਨੇ ਵਿਖਾ ਦਿੱਤਾ ਲਾਲੋ ਤੇਰੇ ਮੇਰੇ 'ਚ ਫਰਕ ਕੋਈ ਨਹੀਂ। ਇੱਕ ਅਕਾਲ ਪੁਰਖ ਪਰਮਾਤਮਾ ਇੱਕ ਹੈ, ਦੂਜੀ ਉਹਦੀ ਮਾਇਆ ਹੈ। ਮਾਇਆ ਜੜ ਰੂਪ ਹੈ, ਚੇਤਨ ਨਹੀਂ ਹੈ। ਜੜ ਮਾਇਆ ਦੇ ਵਿੱਚ ਰੱਬ ਦੀ ਅੰਸ਼ ਜਿਹੜਾ ਸਾਡਾ ਮਨ ਹੈ ਉਹ ਫਸਿਆ ਫਿਰਦਾ ਹੈ, ਜਦ ਕਿ ਮਨ ਦੇ ਕਾਬੂ ਵਿੱਚ ਮਾਇਆ ਹੁੰਦੀ ਹੈ, ਰੱਬ ਦੇ ਹੁਕਮ 'ਚ ਮਾਇਆ ਹੈ। ਅਸੀਂ ਕਹਿੰਦੇ ਅਸੀਂ ਰੱਬ ਦਾ ਰੂਪ ਆ, ਰੱਬ ਦੀ ਅੰਸ਼ ਹੈ, ਪਰ ਸਾਨੂੰ ਤੇ ਮਾਇਆ ਦਬੱਲੀ ਫਿਰਦੀ। ਆਖੋ ਸਤਨਾਮ। ਸਾਨੂੰ ਤੇ ਮਾੜੇ ਕਰਮ, ਲੈ ਮਾੜੀ ਦੀ ਚਿੰਤਾ ਲੱਗ ਜੇ ਸਾਰੀ ਰਾਤ ਸੌਂ ਸਕਦੇ ਆ। ਤੇ ਕਦੇ ਇਤਿਹਾਸ ਪੜ੍ਹੋ ਆਪਣੀ ਕੌਮ ਦਾ, ਸਿੱਖਾਂ ਦਾ, ਖਾਲਸੇ ਦਾ। ਪਤਾ ਹੈ ਸਵੇਰ ਹੁੰਦਿਆਂ ਨੀਹਾਂ ਵਿੱਚ ਚਿਣਿਆ ਜਾਣਾ, ਸ਼ਿਕਨ ਕੋਈ ਨਹੀਂ, ਚਿੰਤਾ ਕੋਈ ਨਹੀਂ ਸਾਹਿਬਜ਼ਾਦਿਆਂ। ਗੁਰੂ ਕਲਗੀਧਰ ਜੀ ਦੇ ਸੁਪੁੱਤਰ ਬਾਬਾ ਅਜੀਤ ਸਿੰਘ, ਪਤਾ ਹੈ ਸਵੇਰ ਹੁੰਦਿਆਂ ਯੁੱਧ ਦੇ ਮੈਦਾਨ ਵਿੱਚ ਪਿੱਤਲ ਛਾਤੀ 'ਚ ਭਰ ਜਾਣਾ, ਛਾਨਣੀ ਛਾਨਣੀ ਹੋ ਜਾਣਾ, ਚਿੰਤਾ ਹੀ ਕੋਈ ਨਹੀਂ, ਸੁੱਖ ਦੀ ਨੀਂਦ ਸੁੱਤੇ ਆ। ਇਹ ਉਹ ਅਵਸਥਾ ਹੈ। ਸਾਡੇ ਨਾਲ ਤੇ ਕੋਈ ਚੰਗਾ ਹੋਵੇ, ਮਾੜਾ ਹੋਵੇ, ਹੋਵੇ ਨਾ ਹੋਵੇ, ਚਿੰਤਾ ਦੇ ਛਾਏ 'ਚ ਡੁੱਬੇ ਰਹਿਣੇ। ਉਹ ਚਿੰਤਾ ਕੀ ਆ? ਮਾਇਆ। ਮਾਇਆ ਕੱਲਾ ਨਾਮ ਨੋਟਾਂ ਦਾ ਨਹੀਂ, ਗਰਭ ਜੂਨ ਤੋਂ ਲੈ ਕੇ ਸਾਰਾ ਕੁਝ ਹੀ ਮਾਇਆ ਹੈ। ਜਿਸ ਚੀਜ਼ ਵਿੱਚ ਰੱਬ ਯਾਦ ਨਹੀਂ, ਰੱਬ ਦਾ ਭੈ ਨਹੀਂ, ਰੱਬ ਦਾ ਪ੍ਰੇਮ ਨਹੀਂ, ਉਹ ਹਰ ਵਸਤੂ ਮਾਇਆ। ਭਾਵੇਂ ਉਹ ਪਰਿਵਾਰ ਹੈ, ਉਹ ਸੰਸਾਰ ਹੈ, ਉਹ ਪਦਾਰਥ ਹੈ ਕੋਈ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਮਾਇਆ ਤੋਂ ਉੱਚਾ ਕਰ ਦਿੱਤਾ ਭਾਈ ਲਾਲੋ, ਇੰਨਾ ਬੇਪਰਵਾਹ ਬਣਾਤਾ, ਦੱਸ ਦਿੱਤਾ ਭਾਈ ਤੂੰ ਚੇਤਨ ਹੈ, ਤੂੰ ਸਾਖੀ ਹੈ, ਤੂੰ ਪ੍ਰਤੱਖ ਹੈ। ਇਹ ਮਾਇਆ ਤੇਰਾ ਰੂਪ ਨਹੀਂ, ਆ ਸਰੀਰ ਵੀ ਸਾਡਾ ਮਾਇਆ ਏ, ਇਹ ਮਿੱਟੀ ਹੈ, ਇਹ ਮਾਇਆ ਹੈ। ਜਦ ਤੱਕ ਇਹ 'ਚ ਸਵਾਸ ਚੱਲਦੇ ਆ, ਇਹਨੂੰ ਜਿਮਨਾਸਟਿਕ ਵਾਂਗੂ ਜਿਵੇਂ ਮਰਜ਼ੀ ਮੋੜ ਲਓ, ਤੇ ਜਿੱਦਣ ਸਵਾਸ ਨਿਕਲ ਗਈ ਨਾ, ਬਾਹਾਂ ਵੀ ਆਕੜ ਜਾਂਦੀਆਂ ਨੇ, ਆਕੜ ਜਾਂਦਾ ਸਰੀਰ। ਆਕੜ ਮੁਰਦੇ ਦੀ ਨਿਸ਼ਾਨੀ ਹੈ, ਜਦੋਂ ਅੰਦਰੋਂ ਰੂਹ ਨਿਕਲ ਜਾਏ। ਮਰਦ ਕਹਿੰਦੇ ਰੱਬ ਦੇ ਪਿਆਰੇ ਇਦਾਂ ਹੀ ਨਿਭਦੇ ਨੇ, ਨਿਵੇ ਸੋ ਗੌਰਾ ਹੋਏ। ਜਿਉਂ ਜਿਉਂ ਨਿਮੀ ਜਾਂਦੇ ਆ, ਤਿਉਂ ਤਿਉਂ ਵੱਡੇ ਹੋ ਰਹੇ ਆ, ਕਿਉਂਕਿ ਜਿਸ ਰੁੱਖ ਨੂੰ ਫਲ ਲੱਗਦਾ ਨਾ, ਉਹ ਫਲ ਝੁਕ ਜਾਂਦਾ ਏ। ਸ੍ਰੀ ਗੁਰ ਕੀ ਬਚ ਸੁਣਿਆ ਸਲਾਲੋ, ਸਭ ਅਗਿਆਨ ਗਵਾਇਆ। ਗੁਰੂ ਨਾਨਕ ਸਾਹਿਬ ਜੀ ਦੇ ਬਚਨ ਸੁਣ ਸੁਣ ਭਾਈ ਲਾਲੋ ਨੇ ਅਗਿਆਨ ਖਤਮ ਕਰ ਲਿਆ ਅੰਦਰ ਦਾ, ਵੀ ਜਦੋਂ ਫਲ ਝੁਕਦਾ ਹੈ, ਝੁਕੇ ਹੋਏ ਫਲ ਨਾਲ ਰੁੱਖ ਨੂੰ ਝੁਕਣਾ ਪੈਂਦਾ ਹੈ। ਹਮੇਸ਼ਾ ਰੁੱਖ ਝੁਕਦਾ ਹੀ ਤਾਂ ਜੇ ਫਲ ਦਾ ਭਾਰ ਹੁੰਦਾ ਹੈ, ਫਲ ਝੁਕਾ ਦਿੰਦਾ ਹੈ। ਸਤਿਗੁਰ ਕਹਿੰਦੇ ਜਿਉਂ ਜਿਉਂ ਨਾਮ ਜਪੇਗਾ ਭਾਈ ਲਾਲੋ, ਤਿਉਂ ਤਿਉਂ ਨੀਵਾ ਹੁੰਦਾ ਜਾਏਗਾ। ਨਿਮਰਤਾ ਕਰਕੇ, ਜਾਤੀ ਤੌਰ ਤੇ ਨੀਵਾ ਨਹੀਂ ਹੈ, ਨਿਮਰਤਾ ਕਰਕੇ ਨੀਵਾ। ਭਾਈ ਲਾਲੋ ਨੇ ਸਤਿਗੁਰਾਂ ਦਾ ਜੀਵਨ ਮੰਨਿਆ, ਜੋ ਗੁਰੂ ਸਾਹਿਬ ਨੇ ਆਦੇਸ਼ ਦਿੱਤਾ ਉਹ ਆਪਣੇ ਜੀਵਨ ਵਿੱਚ ਕਮਾਉਂਦੇ ਹਨ। ਬੀਤੀ ਹੁਤੀ ਬਾਸ਼ਨਾ ਮਨ ਮਹਿ, ਭਇਓ ਤਤ ਕੋ ਬੀਤਾ। ਅੰਦਰੋਂ ਵਾਸ਼ਨਾ ਖਤਮ ਹੋਈ, ਤਤ ਦੇ ਬੇਤੇ ਬਣ ਗਏ। ਤਤ ਬੇਤਾ ਕੀ ਹੈ? ਗਿਆਨ ਸਿਧਾਂਤ ਪਰਮਾਤਮਾ ਨੂੰ ਜਾਣਨਾ। ਗੱਲਾਂ ਗੱਲਾਂ ਨਾਲ ਤੇ ਧਰਮ ਨੂੰ ਹਰ ਬੰਦਾ ਜਾਣਦਾ ਜੀ। ਲੋਕ ਸਾਡੇ ਤੋਂ, ਤੁਹਾਡੇ ਤੋਂ ਵੱਧ ਪੜ੍ਹੇ ਹੋਏ ਧਰਮ ਬਾਰੇ। ਕੋਈ PhD ਵੀ ਕਰੀ ਫਿਰਦਾ ਸਿੱਖ ਧਰਮ ਤੇ, ਉਹਦੇ ਨਾਲ ਕੀ ਹੋ ਜਾਣਾ? ਕੁਛ ਨਹੀਂ ਹੋਣਾ। ਜਜ਼ਬਾਤੀ ਤੌਰ ਤੇ ਬਾਹਰੋਂ ਧਰਮ ਨੂੰ ਜਾਣਨਾ ਇੱਕ ਇਖਲਾਕੀ ਜੀਵਨ ਹੈ, ਪਰ ਜੀਵਨ ਵਿੱਚ ਉਸ ਚੀਜ਼ ਨੂੰ ਧਾਰਨ ਕਰ ਲੈਣਾ। ਕੋਈ ਬੰਦਾ ਤੁਹਾਨੂੰ ਕੌੜੀਆਂ ਗਾਲਾਂ ਕੱਢ ਜੇ ਤੇ ਤੁਸੀਂ ਕੌੜਾ ਸ਼ਬਦ ਨਾ ਬੋਲੋ, ਇਹ ਤੁਹਾਡੇ ਧਰਮ ਦੀ ਨਿਸ਼ਾਨੀ ਹੈ। ਕੋਈ ਇਨਸਾਨ ਤੁਹਾਨੂੰ ਜ਼ਲੀਲ ਕਰਦਾ, ਬੇਇੱਜ਼ਤ ਕਰਦਾ, ਪਰਤ ਕੇ ਮੋੜਮਾ ਜਵਾਬ ਨਹੀਂ ਦਿੱਤਾ, ਇਹ ਤੁਹਾਡੇ ਅੰਦਰ ਦੀ ਨਿਮਰਤਾ ਹੈ, ਤੁਹਾਡੀ ਨਿਰਵਾਣਤਾ ਹੈ, ਆਪਣੇ 'ਚ ਨਹੀਂ ਹੈ। ਆਪਾਂ ਨੂੰ ਕੋਈ ਓਏ ਕਹਿ ਦੇ, ਕੌੜਾ ਸ਼ਬਦ ਕਹਿ ਦੇ ਚਾਰ ਬੰਦਿਆਂ ਦੇ ਸਾਹਮਣੇ, ਆਪਾਂ ਟੁੱਟ ਕੇ ਪੈ ਜਾਂਦੇ ਆ, ਨਾ ਵੱਡਾ ਵੇਖਦੇ ਨਾ ਛੋਟਾ ਵੇਖਦੇ। ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਇਹ ਚੀਜ਼ਾਂ ਸਿਖਾਈਆਂ ਨਾ, ਭਾਈ ਲਾਲੋ ਨੇ ਜੀਵਨ ਵਿੱਚ ਧਾਰਨ ਕਰ ਲੀਆਂ। ਉਹਨੇ ਇਹ ਜਾਣ ਲਿਆ, ਇੱਥੇ ਮੈਨੂੰ ਕਿਸੇ ਨੇ ਭਲਾ ਵੀ ਕਹਿਣਾ ਹੈ, ਕਿਸੇ ਨੇ ਮੇਰੀ ਤਾਰੀਫ ਵੀ ਕਰਨੀ ਆ, ਵੀ ਲਾਲੋ ਤੂੰ ਭਗਤ ਹੈ, ਤੇਰੀ ਭਗਤੀ ਵੱਡੀ ਹੈ, ਤੇ ਮੈਂ ਰਾਗ ਵਿੱਚ ਆ ਕੇ ਖੁਸ਼ ਨਹੀਂ ਹੋਣਾ ਵੀ ਮੈਨੂੰ ਲੋਕ ਖਾਸ ਕਹਿਣ ਲੱਗੇ, ਰੱਬ ਦਾ ਪਿਆਰਾ ਕਹਿਣ ਲੱਗੇ। ਨਹੀਂ, ਮੈਂ ਆਮ ਆ। ਜੇ ਮੈਨੂੰ ਲੋਕ ਨਿੰਦਿਆ ਕਰਕੇ ਕਹਿਣਗੇ ਲਾਲੋ ਤੂੰ ਮਾੜਾ ਏ, ਤੂੰ ਵਿਹਲੜ ਹੈ, ਮੈਂ ਦੁਖੀ ਨਹੀਂ ਹੋਣਾ। ਸਤਿਗੁਰ ਕਹਿੰਦੇ ਤੇਰੀ ਆਤਮਾ ਦੇ ਕੋਲ ਸੁੱਖ ਦੁੱਖ ਹੈ ਹੀ ਨਹੀਂ। ਆਖੋ ਸਤਨਾਮ। ਆਤਮਾ ਦਾ ਵਿਸ਼ਾ ਥੋੜੀ ਹੈ। ਆਪਾਂ ਕਦੇ ਕਿਹਾ ਮੇਰੀ ਆਤਮਾ ਦੁਖੀ ਹੈ?
ਕਹਿ ਦਿੰਦੇ ਆ ਗੱਲਾਂ 'ਚ, ਮੇਰੀ ਆਤਮਾ ਦਿਖਾਤੀ ਉਹਨੇ। ਨਹੀਂ, ਆਤਮਾ ਨਹੀਂ ਦਿਖਾਈ, ਮਨ ਦੁਖਿਆ ਹੈ। ਆਤਮਾ ਤੇ ਪਰਮਾਤਮਾ ਹੈ, ਆਤਮਾ ਤੇ ਪਰਮੇਸ਼ਵਰ ਹੈ। ਜਦੋਂ ਕੋਈ ਬੰਦਾ ਮਰ ਜਾਂਦਾ, ਪ੍ਰਾਣੀ ਚੜ੍ਹਾਈ ਕਰ ਜਾਂਦਾ, ਲੋਕ ਕੀ ਕਹਿੰਦੇ ਆ? ਕਹਿੰਦੇ ਜੀ ਆਤਮਾ ਭਟਕਦੀ ਫਿਰਦੀ ਹੈ। ਕਹਿੰਦੇ ਆ ਨਾ, ਇੱਕ ਆਮ ਅਖਾਣ ਆ ਵੀ ਆਤਮਾ ਭਟਕਦੀ ਹੈ। ਉਹ ਆਤਮਾ ਤੇ ਪਰਮਾਤਮਾ ਹੈ। ਪਰਮਾਤਮਾ ਭਟਕ ਸਕਦਾ ਹੈ, ਆਤਮਾ ਨਹੀਂ ਭਟਕਦੀ। ਕੌਣ ਭਟਕਦਾ ਫਿਰ? ਸੂਖਸ਼ਮ ਸਰੀਰ, ਜਿਹਦੇ ਤੇ ਕਰਮਾਂ ਦੀਆਂ ਮੋਹਰਾਂ ਲੱਗੀਆਂ, ਜਿਹਨੇ ਜਮਾਂ ਦੇ ਕੋਲ ਪੇਸ਼ ਹੋਣਾ ਨਾ, ਉਹ ਅੰਦਰ ਦੀ ਰੂਹ ਭਟਕਦੀ ਫਿਰਦੀ ਹੈ। ਆਤਮਾ ਹੋਰ ਚੀਜ਼ ਹੈ। ਸੌਲ ਜਿਹਨੂੰ ਆਤਮਾ ਨੂੰ ਕਹਿੰਦੇ ਆ, ਕੀਮਤੀ ਰੂਹ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ, ਲਾਲੋ ਜੀ ਤੂੰ ਉਹ ਆਤਮਾ ਹੈ, ਤੂੰ ਉਹ ਪਰਮਾਤਮਾ ਹੈ। ਉਹਨੂੰ ਤੇ ਦੁੱਖ ਹੀ ਕੋਈ ਨਹੀਂ, ਉਹਨੂੰ ਤੇ ਦਵੈਸ਼ ਹੀ ਕੋਈ ਨਹੀਂ। ਆਤਮਾ ਕਦੀ ਨਹੀਂ ਕਹਿੰਦੀ ਮੈਂ ਗਰੀਬ ਹਾਂ, ਆਤਮਾ ਕਦੀ ਨਹੀਂ ਕਹਿੰਦੀ ਮੈਂ ਅਮੀਰ ਹੋਣਾ ਹੈ। ਉਹ ਤੇ ਇੱਕ ਸਮਾਨ ਹੈ, ਪੂਰੇ ਬ੍ਰਹਿਮੰਡ ਵਿੱਚ ਰਚੀ ਹੋਈ ਹੈ। ਅਮੀਰੀ ਗਰੀਬੀ ਦੀ ਗੱਲ ਕੌਣ ਕਰਦਾ? ਮਨ ਕਰਦਾ। ਮਨ ਕਹਿੰਦਾ ਹਾਏ ਹਾਏ ਉਹ ਐਡਾ ਵੱਡਾ ਬੰਦਾ, ਮੈਂ ਉਹਦੇ ਵਰਗਾ ਕਿਉਂ ਨਹੀਂ ਹੋਇਆ? ਮਨ ਕਿਉਂ ਕਹਿੰਦਾ ਹੈ? ਕਿਉਂਕਿ ਇਹ ਮਾਇਆ ਦੇ ਤਿੰਨੇ ਭੇਦਾਂ ਵਿੱਚ ਫਸਿਆ ਹੋਇਆ। ਰਜਗੁਣ, ਤਮਗੁਣ, ਸਤਗੁਣ ਕਹੀਏ, ਇਹ ਤੇਰੀ ਸਭ ਮਾਇਆ। ਇਹ ਤਿੰਨੇ ਮਾਇਆ ਦਾ ਰੂਪ ਨੇ, ਰਜੋਗੁਣ, ਤਮੋਗੁਣ, ਸਤੋਗੁਣ। ਤਿੰਨਾਂ 'ਚ ਹੀ ਹਰ ਬੰਦਾ, ਹਰ ਪ੍ਰਾਣੀ ਜਿਉਂਦਾ ਹੈ। ਮਹਾਰਾਜ ਕਹਿੰਦੇ ਲਾਲੋ ਜੀ ਤੁਸੀਂ ਇਹਨਾਂ ਚੀਜ਼ਾਂ 'ਚ ਨਹੀਂ ਰਹਿਣਾ, ਉੱਪਰ ਹੀ ਉੱਠਣਾ ਹੈ। ਉੱਪਰ ਕੀ ਹੈ? ਜਦੋਂ ਮੈਂ ਪਰਮਾਤਮਾ ਹਾਂ, ਮੈਂ ਆਤਮਾ ਹਾਂ, ਮੇਰੇ ਸਰੀਰ ਨੂੰ ਕੋਈ ਕੱਟੇ, ਕੋਈ ਵੱਢੇ, ਕੋਈ ਸਾੜੇ, ਕੋਈ ਚੰਗਾ ਕਹੇ, ਕੋਈ ਬੁਰਾ ਕਹੇ, ਕੀ ਫਰਕ ਹੈ? ਕਿਉਂਕਿ ਮੈਂ ਸਰੀਰ ਹੈ ਹੀ ਨਹੀਂ। ਆਖੋ ਸਤਨਾਮ। ਆ ਸਿਖਾਤਾ ਮਹਾਰਾਜ ਨੇ, ਇਹ ਉਪਦੇਸ਼ ਦਿੱਤਾ ਭਾਈ ਲਾਲੋ ਨੂੰ। ਜਦੋਂ ਸਤਿਗੁਰਾਂ ਤੋਂ ਉਪਦੇਸ਼ ਲਿਆ, ਜੀਵਨ ਵਿੱਚ ਧਾਰਨ ਕਰ ਲਿਆ। ਹੁਣ ਅਵਸਥਾ ਹੋਰ ਅੱਗੇ ਨਾਲੋਂ ਉੱਚੀ ਹੋ ਗਈ। ਅਸ ਬਿਦ ਦਿਵਸ ਬਤਾਈ ਕਛਤੈ, ਸ੍ਰੀ ਬੇਦੀ ਕੁਲ ਕੀਤਾ। ਭਾਈ ਬਾਲਾ ਜੀ ਆਖਣ ਲੱਗੇ, ਸਤਿਗੁਰੂ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕੁਛ ਦਿਨ ਇਦਾਂ ਹੀ ਬਤੀਤ ਕੀਤੇ, ਰੋਜ਼ ਸੰਗਤ, ਰੋਜ਼ ਸਤਸੰਗ, ਰੋਜ਼ ਸਤਸੰਗ। ਸਤਸੰਗ ਤੇ ਬ੍ਰਹਮ ਗਿਆਨੀ ਨੂੰ ਵੀ ਕਰਨੀ ਪੈਂਦੀ ਹੈ। ਮਤ ਕੋਈ ਭੁਲੇਖਾ ਰੱਖੇ ਵੀ ਮੈਂ ਸਾਧੂ ਬਣ ਗਿਆ, ਬ੍ਰਹਮ ਗਿਆਨੀ ਬਣ ਗਿਆ, ਮੈਨੂੰ ਨਾਮ ਜਪਣ ਦੀ ਲੋੜ ਨਹੀਂ। ਨਿਤਨੇਮ ਉਹਨੂੰ ਵੀ ਕਰਨਾ ਪੈਣਾ, ਬੰਦਗੀ ਉਹਨੂੰ ਵੀ ਕਰਨੀ ਪੈਣੀ ਹੈ, ਜਿੱਡੀ ਮਰਜ਼ੀ ਅਵਸਥਾ ਤੇ ਹੋਵੇ। ਰੂਟੀਨ 'ਚ ਉਹਨੂੰ ਚੱਲਣਾ ਪੈਣਾ। ਧੰਨ ਧੰਨ ਬਾਬਾ ਬੁੱਢਾ ਜੀ, ਜਿਨ੍ਹਾਂ ਨੇ 6 ਸਤਿਗੁਰਾਂ ਦੇ ਦਰਸ਼ਨ ਦੀਦਾਰ ਕੀਤੇ, ਉਹਨਾਂ ਤੋਂ ਵੱਡਾ ਬ੍ਰਹਮ ਗਿਆਨੀ ਕੌਣ ਹੈ? ਕਿ ਉਹ ਬ੍ਰਹਮ ਗਿਆਨੀ ਬਣ ਕੇ ਸਭ ਕੁਝ ਛੱਡ ਗਏ? ਨਹੀਂ, ਸਿੱਖਾਂ ਦੀ ਸੇਵਾ ਵੀ ਉੱਦਾਂ ਕਰਦੇ ਸੀ, ਸੰਗਤ ਕਰਦੇ ਸੀ, ਸਤ ਸੰਗ ਵਿੱਚ ਬਹਿੰਦੇ ਸੀ। ਕਿਉਂਕਿ ਚੱਲਦਾ ਪਾਣੀ ਹਮੇਸ਼ਾ ਸਾਫ਼ ਸੁਥਰਾ, ਪੀਣ ਯੋਗ ਤੇ ਪਵਿੱਤਰ ਹੁੰਦਾ ਹੈ। ਪਾਣੀ ਕਿਤੇ ਵੀ ਖੜ ਜੇ, ਕਿੱਡਾ ਵੀ ਡੈਮ ਤੇ ਕਿੱਡੀ ਵੀ ਝੀਲ ਹੋਵੇ, ਇੱਕ ਦਿਨ ਬਦਬੂ ਮਾਰਦਾ ਹੈ। ਤੁਸੀਂ 4 ਦਿਨ ਪਾਠ ਕਰਕੇ ਆਖੋ ਵੀ ਮੈਂ ਬੜਾ ਮਹਾਨ ਆ, ਉਹ ਹਉਮੈ ਦੀ ਬਦਬੂ ਆਉਣ ਲੱਗ ਪੈਂਦੀ ਹੈ। ਸਤ ਸੰਗ ਵਿੱਚ ਜਾ ਕੇ ਜੇ ਕੋਈ ਤੁਹਾਡੀ ਤਾਰੀਫ ਵੀ ਕਰਦਾ ਨਾ, ਉਸ ਪਾਸੇ ਜਾਓ ਨਾ ਵੀ ਇਹ ਬੰਦੇ ਨੇ ਮੈਨੂੰ ਕਹਿਣਾ ਤੁਸੀਂ ਧੰਨੋ ਜੀ, ਵੱਡੇ ਭਾਗਾਂ ਵਾਲੇ ਹੋ, ਤੁਸੀਂ ਤੇ ਗੁਰੂ ਘਰ ਬਣਾਉਨੇ ਹੋ। ਬਚੋ ਇਹਨਾਂ ਲੋਕਾਂ ਤੋਂ, ਇਹ ਮਾਇਆ ਦੀਆਂ ਜੋਕਾਂ ਨੇ, ਇਹ ਮਾਇਆ ਖਿੱਚਦੀ ਹੈ। ਮੇਰੇ ਵਰਗਾ 1-2 ਦਿਨ ਕਥਾ ਸੁਣਦਾ ਹੈ, ਤੀਜਾ ਕੁ ਬੰਦਾ ਹੱਥ ਜੋੜ ਕੇ ਖੜ ਜਾਂਦਾ, ਭਾਈ ਸਾਹਿਬ ਬੜੀ ਵੱਡੀ ਕਿਰਪਾ ਤੁਹਾਡੇ ਤੇ, ਤੁਸੀਂ ਤੇ ਰੂਟੀਨ 'ਚ ਸੁਣਦੇ ਹੋ, ਤੁਸੀਂ ਤੇ ਰੋਜ਼ ਪਾਠ ਕਰਦੇ ਹੋ। ਤੇ ਉਹ ਆਫਰ ਜਾਂਦਾ ਵੀ ਲੈ ਮੈਂ ਤੇ ਖਾਸ ਬੰਦਾ, ਮੇਰੇ ਤੇ ਮਹਾਰਾਜ ਦੀ ਕਿਰਪਾ ਬੜੀ ਹੈ। ਜਿੱਦਣ ਇਹ ਖਿਆਲ ਆ ਗਿਆ, ਸਭ ਕੁਝ ਬਿਰਥਾ ਹੋ ਗਿਆ, ਸਭ ਕੁਝ ਖਤਮ ਹੋ ਗਿਆ। ਕਿਉਂਕਿ ਹਉਮੈ ਨੇ ਆਪਣਾ ਪੋਚਾ ਮਾਇਆ ਨੇ ਫੇਰ ਦਿੱਤਾ ਹੈ। ਮਹਾਰਾਜ ਕਹਿੰਦੇ ਰਜਗੁਣ, ਤਮਗੁਣ, ਸਤਗੁਣ, ਇਹਨਾਂ ਤਿੰਨਾਂ ਤੋਂ ਉੱਪਰ ਹੀ ਉੱਠਣਾ, ਉੱਚੇ ਹੋਣਾ। ਇਹਨਾਂ ਤੋਂ ਕੋਈ ਸਿਫਤ ਕਰੇ, ਪ੍ਰੇਮ ਨਹੀਂ ਜਾਗਣਾ, ਖੁਸ਼ੀ ਨਹੀਂ ਜਾਗਣੀ। ਇੱਥੇ ਕੋਈ ਮੇਰੀ ਤਾਰੀਫ ਕਰਦੇ, ਇੱਕ ਸੁਭਾਵਿਕ ਗੱਲ ਹੈ, ਮੇਰਾ ਦਿਲ ਕਰਦਾ ਮੈਨੂੰ ਕੀ ਦੇ ਦਿਆਂ, ਇਹਨੂੰ ਮੈਂ ਕਿੱਥੇ ਲੈ ਜਾ। ਇੱਕ ਬੰਦਾ ਗਾਲਾਂ ਕੱਢੇ, ਮੈਂ ਸੋਚਦਾ ਵੀ ਯਾਰ ਇਹ ਤੇ ਗੋਲੀ ਨਾ ਮਾਰ ਦਿਆਂ, ਇਹ ਬੰਦਾ ਆਉਂਦਾ ਕਿਉਂ ਆ ਮੇਰੇ ਸਾਹਮਣੇ ਜੇ ਮੈਨੂੰ ਮਾੜਾ ਬੋਲਦਾ। ਇਹ ਸਾਡੀ ਬਿਰਤੀ ਹੈ ਨਾ। ਰੱਬ ਦੇ ਪਿਆਰਿਆਂ ਸਾਹਮਣੇ ਕਸਾਈ ਖੜ ਜੇ, ਉਹ ਵੀ ਉਹੋ ਜਿਹੀ ਹੈ। ਉਹਨਾਂ ਸਾਹਮਣੇ ਕੋਈ ਤਾਰੀਫ ਕਰਨ ਵਾਲਾ ਖੜ ਜੇ, ਉਹ ਵੀ ਉਹੋ ਜਿਹੀ ਹੈ। ਫਰਕ ਨਹੀਂ ਹੈ, ਡਿਫਰੈਂਸ ਨਹੀਂ ਹੈ। ਕਿਉਂ? ਕਿਉਂਕਿ ਆਤਮਾ ਦੇ ਤਲ ਤੇ ਜਿਉਂਦੇ ਨੇ। ਹੁਣ ਉਹ ਮਾਨਸਿਕ ਤਲ ਤੋਂ ਉੱਚੇ ਹੋ ਗਏ। ਆਖੋ ਸਤਨਾਮ। ਅਸੀਂ ਸਾਰੇ ਮਨ ਦੇ ਤਲ ਤੇ ਜਿਉਂਦੇ ਆ। ਸਾਡਾ ਹਾਲ ਪਾਣੀ ਵਾਲਾ ਹੈ। ਜੇ ਗਰਮੀ ਹੋ ਗਈ ਤੇ ਉਬਲ ਜਾਣਾ, ਠੰਡ ਹੋ ਗਈ ਤੇ ਜੰਮ ਜਾਣਾ। ਤੇ ਰੱਬ ਦੇ ਪਿਆਰੇ ਪਾਣੀ ਵਰਗੇ ਨਹੀਂ ਨੇ, ਉਹ ਰੱਬ ਵਰਗੇ ਨੇ। ਤੇ ਰੱਬ ਕਦੇ ਤੱਤਾ ਠੰਡਾ ਨਹੀਂ ਹੁੰਦਾ, ਵੱਧਦਾ ਘਟਦਾ ਨਹੀਂ, ਉਹ ਚੰਗਾ ਮਾੜਾ ਨਹੀਂ ਬਣਦਾ, ਉਹ ਸਦਾ ਬੇਅੰਤ ਹੈ, ਸਦਾ ਆਨੰਦ 'ਚ ਹੈ। ਭਾਈ ਲਾਲੋ ਸਤਿਗੁਰਾਂ ਦੇ ਪਿਆਰ 'ਚ ਭਿੱਜਦੇ ਭਿੱਜਦੇ ਅੱਜ ਲਾਲੋ ਜੀ ਹੀ ਨਾਨਕ ਹੋ ਗਏ, ਇੱਕ ਮਿਕ ਹੋ ਗਏ, ਇੱਕੋ ਸਰੂਪ ਹੋ ਗਿਆ। ਦੋਹਰ ਸੁਣ ਸਰੋਤਾ ਚਿਤ ਲਾਇ ਕੇ, ਸਿੱਖੀ ਪ੍ਰਾਪਤ ਹੋਏ,
ਸਿੱਖੀ ਕੀ ਪਦਵੀ ਅਧਿਕ ਮਹਿਮਾ ਜਾਣੇ ਕੋਏ। ਮਹਾਕਵੀ ਭਾਈ ਸੰਤੋਖ ਸਿੰਘ ਲਿਖਦੇ, ਕਹਿੰਦੇ ਐ ਸਰੋਤਾ ਜਨੋ, ਐ ਸੰਗਤ ਜੀ, ਇਹ ਸਿੱਖੀ ਕਮਾਈ ਭਾਈ ਲਾਲੋ ਨੇ। ਗੁਰੂ ਨਾਲੋਂ ਵੱਡੀ ਪਦਵੀ ਹੈ ਸਿੱਖ ਦੀ, ਆਖੋ ਸਤਨਾਮ। ਸਿੱਖ ਤੇ ਸਿੱਖੀ ਦੋਨੇ ਵੱਡੀਆਂ ਨੇ। ਤੁਸੀਂ ਕਹੋਗੇ ਗੁਰੂ ਨਾਲੋਂ? ਹਾਂ, ਜਿੱਦਣ ਸਿੱਖ ਪੂਰਾ ਹੋਇਆ ਨਾ, ਗੁਰੂ ਨੇ ਕਹਿ ਦਿੱਤਾ ਖਾਲਸਾ ਮੇਰੋ ਰੂਪ ਹੈ ਖਾਸ। ਹਰ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਛ ਨਾਹੇ, ਜਲ ਤੇ ਉਪਜ ਤਰੰਗ ਜਿਉ ਜਲ ਹੀ ਵਿਖੈ ਸਮਾਹੇ। ਕਹਿੰਦੇ ਸਿੱਖ ਤੇ ਸਿੱਖੀ ਵੱਡੀ ਹੈ। ਜੇ ਕੋਈ ਮੇਰੇ ਵਰਗੇ ਨੂੰ ਵੇਖ ਲੇ ਵੀ ਭਾਈ ਸਾਹਿਬ ਸਿੱਖ ਨੇ ਤੇ ਸਿੱਖੀ ਇਹਨਾਂ ਕੋਲੇ ਹੈ, ਬਾਈ ਫਿਰ ਤੇ ਧਰਮ ਤੋਂ ਵੀ ਡਰ ਲੱਗਦਾ, ਆਖੋ ਸਤਨਾਮ। ਜੇ ਸਾਡੇ ਵਰਗੇ ਲੋਕ ਅਸੀਂ ਪੂਰਨ ਸਿੱਖ ਬਣ ਗਏ ਨਾ, ਕਹਾਉਣ ਲੱਗ ਗਏ, ਅੱਜ ਕੱਲ ਘੱਟ ਹੈ ਜੀ ਕੋਈ। ਮੈਂ ਕਹਿੰਦਾ ਮੇਰੇ ਵਰਗੇ ਪ੍ਰਚਾਰਕਾਂ ਨੂੰ ਵੇਖੋ, ਕੋਈ ਪਿੱਛੇ ਖਾਲਸਾ ਜੀ ਲਿਖਾਈ ਫਿਰਦਾ, ਕੋਈ 108 ਲਿਖਾਈ ਫਿਰਦਾ, ਕੋਈ ਇਸ਼ਤਿਹਾਰੀ ਬ੍ਰਹਮ ਗਿਆਨੀ ਹੈ, ਤੇ ਸਿੱਖੀ ਕਿਹੜੇ ਪਾਸੇ ਹੈ? ਸਿੱਖੀ ਆਏਗੀ ਉਦੋਂ। ਭਾਈ ਲਾਲੋ ਨੇ ਸਿੱਖੀ ਕਮਾਈ, ਉਹਨੇ ਕੋਈ ਆਪਣਾ ਪ੍ਰਚਾਰ ਕੀਤਾ ਵੀ ਮੈਂ ਲਾਲੋ, ਮੈਂ ਖਾਸ, ਮੈਂ ਫਲਾਣਾ, ਮੇਰੇ ਘਰ ਬਾਬਾ ਨਾਨਕ ਜੀ ਆਏ। ਕਵੀ ਜੀ ਕਹਿੰਦੇ ਭਾਈ ਸਿੱਖ ਤੇ ਸਿੱਖੀ ਬੜੀ ਦੂਰ ਦੀ ਗੱਲ ਹੈ, ਕਮਾਉਣ ਵਾਲੇ ਬਿਰਲੇ ਨੇ, ਜਿਨ੍ਹਾਂ ਨੇ ਕਮਾਈ ਉਹਨਾਂ ਬੰਦ ਵੀ ਕਟਾ ਲਿਆ, ਆਖੋ ਸਤਨਾਮ। ਇਹ ਸਿੱਖੀ ਦੀ ਨਿਸ਼ਾਨੀ ਹੈ, ਇਹ ਸਿੱਖੀ ਦਾ ਪ੍ਰੇਮ ਹੈ। ਸਿੱਖ ਵੱਡਾ ਏ, ਸਿੱਖੀ ਵੱਡੀ ਹੈ। ਇਸੇ ਕਰਕੇ ਗੁਰੂ ਨੇ ਸਿੱਖ ਨੂੰ ਨਮਸਕਾਰ ਕੀਤੀ ਹੈ, ਸਿੱਖ ਨੂੰ ਆਪਣਾ ਰੂਪ ਬਣਾਇਆ। ਗੁਰੂ ਦਾ ਰੂਪ ਕੌਣ ਹੋ ਸਕਦਾ? ਜਿਹੜਾ ਗੁਰੂ ਵਰਗਾ ਹੋਵੇ। ਭੇਦ ਨਾ ਜਾਣੋ ਮੂਲ ਸਾਈਂ ਜਿਹਾ, ਕਹਿੰਦੇ ਉਹ ਜਿਨ੍ਹਾਂ ਨਾ ਵਿਸਰਿਆ ਨਾਮ ਸੇਖ ਨੇਹਿਆ। ਬਾਣੀ ਨੇ ਸਵਾਲ ਕੀਤਾ, ਕਹਿੰਦੇ ਜਿਨ੍ਹਾਂ ਨਾਮ ਨਹੀਂ ਵਿਸਰਿਆ ਉਹ ਕਿਹਨਾਂ ਵਰਗੇ ਨੇ, ਕਿਹਦੇ ਵਰਗੇ ਹੋ ਸਕਦੇ ਆ? ਜਵਾਬ ਚ ਸਤਿਗੁਰ ਕਹਿੰਦੇ ਭਾਈ ਰੱਤੀ ਮਾਤਰ ਭੇਦ ਨਾ ਜਾਣੋ, ਭੇਦ ਨਾ ਜਾਣੋ ਮੂਲ ਸਾਈਂ ਜਿਹਾ। ਸਾਈਂ ਨਾਮ ਹੈ ਅਕਾਲ ਪੁਰਖ ਦਾ, ਸਾਈਂ ਨਾਮ ਹੈ ਪਰਮਾਤਮਾ ਦਾ। ਕਹਿੰਦੇ ਉਹ ਸਿੱਖ, ਉਹ ਸਾਧੂ, ਉਹ ਮਹਾਂਪੁਰਖ ਰੱਬ ਦਾ ਰੂਪ ਨਹੀਂ, ਰੱਬ ਹੀ ਹੈ, ਆਖੋ ਸਤਨਾਮ। ਉਹ ਚ ਫਰਕ ਨਹੀਂ ਹੈ, ਇੱਕ ਸਮਾਨ ਹਨ, ਇੱਕ ਜੋਤ ਹਨ। ਕਵੀ ਕਹਿੰਦੇ ਐਸੇ ਸਿੱਖਾਂ ਦੀ ਸਿੱਖੀ ਦੀਆਂ ਦਾਸਤਾਵਾਂ ਸੁਣ ਕੇ ਅੰਦਰ ਪ੍ਰੇਮ ਉਪਜਦਾ ਏ। ਚੌਪਈ ਸਤਿਗੁਰ ਸਿੱਖ ਕੋ ਜਮ ਨਹਿ ਫੰਦੋ, ਜਿਉ ਬਾਸਰ ਮਹਿ ਜੋਨ ਨ ਚੰਦੋ। ਸਤਿਗੁਰ ਆਪਣੇ ਸਿੱਖ ਨੂੰ ਕਹਿੰਦੇ ਜਮਾਂ ਤੋਂ ਬਚਾਉਂਦੇ ਨੇ। ਜਿਵੇਂ ਦਿਨ ਦੇ ਵਿੱਚ ਚੜਿਆ ਸੂਰਜ ਸਭ ਨੂੰ ਦਿਸਦਾ ਨਾ, ਸਿੱਖ ਗੁਰੂ ਦਾ ਏਦਾਂ ਦਿਸਦਾ ਏ। ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ। ਮਰਦ ਕਹਿੰਦੇ ਗੁਰੂ ਦਾ ਸਿੱਖ ਤੇ ਵੱਡਿਆਂ ਭਾਗਾਂ ਵਾਲਾ, ਪਰ ਵੱਡਿਆਂ ਭਾਗਾਂ ਵਾਲਾ ਉਦੋਂ ਹੈ ਜਿੱਦਣ ਸਤਿਗੁਰ ਜੀ ਸਿੱਖ ਨੂੰ ਨਾਮ ਦਾ ਧਨ ਦੇ ਦਿੰਦੇ ਨੇ। ਤੇ ਮੇਰੇ ਵਰਗਾ ਕਹਿੰਦਾ ਬਾਬਾ ਜੀ 2 ਕਰੋੜ ਦਾ ਸੌਦਾ ਕਰਾ ਦਿਓ। ਸੱਚੇ ਪਾਤਸ਼ਾਹ ਆ ਮੈਂ ਲਾਟਰੀ ਪਾਈ ਆ, ਜੇ ਨਿਕਲ ਜੇ ਨਾ 2 ਤੈਨੂੰ ਦੇ ਦੂੰ, ਬਾਕੀ ਮੇਰਾ। ਅਸੀਂ ਤੇ ਆਹ ਧਨ ਚ ਡੁੱਬੇ ਫਿਰਦੇ ਆ। ਮਰਦ ਕਹਿੰਦੇ ਭਾਈ ਜਿਨ੍ਹਾਂ ਕੋਲ ਨਾਮ ਧਨ ਦਾ ਖਜ਼ਾਨਾ ਆਇਆ ਉਹ ਵੱਡਿਆਂ ਭਾਗਾਂ ਵਾਲੇ ਸਿੱਖ ਨੇ। ਗੁਰੂ ਨਾਨਕ ਸਾਹਿਬ ਮਹਾਰਾਜ ਦਾ ਉਪਦੇਸ਼ ਸੂਰਜ ਦੀ ਰੌਸ਼ਨੀ ਵਰਗਾ, ਸੂਰਜ ਵਰਗਾ। ਭਾਈ ਲਾਲੋ ਜੀ ਨੇ ਧਾਰਨ ਕੀਤਾ ਏ। ਚਰਨ ਕਮਲ ਰਤ ਭਾਨ ਪ੍ਰਕਾਸ਼ੋ, ਕਿਉਂ ਦੀਸੈ ਸ਼ਸ ਤਿਮ ਨਹਿ ਪਾਸੋ। ਹੁਣ ਜਦੋਂ ਸਤਿਗੁਰਾਂ ਦੇ ਚਰਨਾਂ ਦਾ ਪ੍ਰੇਮ ਅੰਦਰ ਜਾਗਿਆ ਨਾ, ਗੁਰੂ ਨਾਨਕ ਸਾਹਿਬ ਜੀ ਦੇ ਚਰਨ ਸੂਰਜ ਸਮਾਨ ਨੇ, ਸਤਿਗੁਰਾਂ ਦੇ ਚਰਨਾਂ ਦੀ ਰੌਸ਼ਨੀ ਭਾਈ ਲਾਲੋ ਦੇ ਜੀਵਨ ਵਿੱਚ ਆਈ। ਕਹਿੰਦੇ ਆ ਚੜਿਆ ਰਾਤ ਦਾ ਚੰਦ ਤੇ ਚੰਦ ਦੇ ਨਾਲ ਹਨੇਰਾ, ਇਹ ਦੂਰ ਦੂਰ ਦਿਸਦੇ ਨਹੀਂ। ਹਨੇਰਾ ਕਿਹੜਾ? ਵਿਸ਼ੇ ਵਿਕਾਰਾਂ ਦਾ, ਔਗਣਾਂ ਦਾ, ਬੁਰੇ ਖਿਆਲਾਂ ਦਾ। ਉੱਤੇ ਸਭ ਕੁਝ ਹੀ ਮਹਾਰਾਜ ਨੇ ਖਤਮ ਕਰਤਾ। ਜਦੋਂ ਸੂਰਜ ਚੜ ਜੇ ਪਰਛਾਵੇ ਖਤਮ ਹੋਣੇ ਸ਼ੁਰੂ ਹੋ ਜਾਂਦੇ ਆ। ਸਿਖਰ ਹੋਵੇ ਸੂਰਜ ਦੁਪਹਿਰ ਵੇਲੇ, ਜਦੋਂ ਸ਼ਾਮ ਨੂੰ ਹੋਵੇ ਉਹ ਢਲਦਾ ਜਾਵੇ ਨਾ, ਪਰਛਾਵੇਂ ਫੇਰ ਬਣਦੇ ਆ। ਸਵੇਰ ਦਾ ਵੇਲਾ ਹੋਵੇ ਪਰਛਾਵੇ ਫੇਰ ਹੁੰਦੇ ਆ। ਚੰਦ ਦੀ ਚਾਨਣੀ ਹੋਵੇ ਪਰਛਾਵਾ ਸ਼ੈਡੋ ਫੇਰ ਹੈ। ਪਰ ਜਦੋਂ ਸਿਖਰ ਤੇ ਹੋਵੇ ਤੇ ਪਰਛਾਵਾਂ ਨਜ਼ਰ ਨਹੀਂ ਆਉਂਦਾ। ਗੁਰੂ ਨਾਨਕ ਸਾਹਿਬ ਦਾ ਉਪਦੇਸ਼ ਭਾਈ ਲਾਲੋ ਦੇ ਜੀਵਨ ਵਿੱਚ ਐਸਾ ਆਇਆ, ਹਉਮੈ ਦਾ ਆਪਣੇ ਹਮਜ਼ਾਤ ਆਪਣਾ ਪਰਛਾਵਾਂ ਹੀ ਮੁੱਕ ਗਿਆ, ਆਖੋ ਸਤਨਾਮ। ਅਜੇ ਤੇ ਸਾਡਾ ਪਰਛਾਵਾਂ ਜਾਤਾਂ ਪਾਤਾਂ ਦਾ ਕੋਡ ਸਾਡੇ 'ਚ ਹੈ, ਹਉਮੈ ਦਾ ਕੋਡ ਸਾਡੇ 'ਚ ਹੈ, ਉਮਰਾਂ ਜਵਾਨੀਆਂ ਦਾ ਕੋਡ ਸਾਡੇ 'ਚ ਹੈ, ਆਪਣੀ ਸਿਆਣਪ ਆਪਣੀ ਵਿਦਿਆ ਦਾ ਹੰਕਾਰ ਸਾਡੇ 'ਚ ਹੈ, ਧਰਮ ਨਾਲ ਜੁੜੇ ਆ ਇਹਦਾ ਹੰਕਾਰ ਸਾਡੇ 'ਚ ਹੈ। ਤੇ ਅਸੀਂ ਬਚੇ ਕਿੱਥੋਂ ਆ? ਕਾਮ ਕ੍ਰੋਧ ਲੋਭ ਮੋਹ ਹੰਕਾਰ ਸਾਡੇ 'ਚ ਕੁੱਟ-ਕੁੱਟ ਭਰਿਆ ਹੈ। ਹਾਂ, ਜਿੱਦਣ ਗੁਰੂ ਦੀ ਨਜ਼ਰ ਹੋ ਜੇ ਤੇ ਇਹ ਚੀਜ਼ਾਂ ਨਿਕਲ ਜਾਂਦੀਆਂ ਸਤਿਗੁਰ ਦੀ ਕਿਰਪਾ ਦੇ ਨਾਲ। ਕਿਰਪਾ ਗੁਰੂ ਨੇ ਕਰਨੀ, ਉਹ ਕਦੇ ਵੀ ਕਰ ਸਕਦੇ ਆ, ਕਿਸੇ ਤੇ ਵੀ ਕਰ ਸਕਦੇ ਆ। ਜਦੋਂ ਭਾਈ ਲਾਲੋ ਨੇ ਗੁਰੂ ਸਾਹਿਬ ਦਾ ਉਪਦੇਸ਼ ਜੀਵਨ 'ਚ ਧਾਰਨ ਕੀਤਾ,
ਭਾਈ ਬਾਲਾ ਜੀ ਕਹਿੰਦੇ ਮਹਾਰਾਜ ਉਹ ਭਾਨ ਸੂਰਜ ਵਰਗੇ ਧਰਤੀ ਤੇ ਪ੍ਰਤੱਖ ਹੋ ਗਏ। ਸ਼ਰਦ ਆਤਪ ਦੀਪਤ ਜਹਿਵਾ ਭਰਮ ਤਿਮਰ ਕਿਉ ਹੋਵੇ ਤਹਿਵਾ। ਹੁਣ ਜਿੱਥੇ ਸ਼ਰਧਾ ਦਾ ਸੂਰਜ ਚੜ ਜੇ ਜੀ ਉੱਥੇ ਭਰਮ ਦਾ ਦੀਵਾ ਕੀ ਕਰੂਗਾ? ਸੂਰਜ ਚੜਿਆ ਦੀਵਾ ਦਿਸਦਾ ਹੈ, ਚੰਦ ਦਿਸਦਾ ਹੈ, ਸਭ ਖਤਮ ਹੋ ਜਾਂਦੇ ਆ। ਕਹਿੰਦੇ ਏਮਨਾਬਾਦ ਵਿੱਚ ਭਾਈ ਲਾਲੋ ਦੀ ਉਪਮਾ ਹੋਣੀ ਸ਼ੁਰੂ ਹੋ ਗਈ, ਮਹਿਮਾ ਹੋਣ ਲੱਗ ਪਈ। ਪਰ ਨਿੰਦਕਾਂ ਨੇ ਜ਼ੋਰ ਬੜਾ ਲਾਇਆ, ਜੇ ਉੱਲੂ ਸਾਰੀ ਰਾਤ ਸਾਰਾ ਦਿਨ ਬਹਿ ਕੇ ਆਖੇ ਸੂਰਜ ਨਾਮ ਦੀ ਚੀਜ਼ ਕੋਈ ਨਹੀਂ, ਸੂਰਜ ਤੇ ਕੁਛ ਵੀ ਨਹੀਂ, ਸਾਡਾ ਕੀ ਕਰੂਗਾ? ਅਸੀਂ ਉੱਲੂਆਂ ਦੀ ਯੂਨੀਅਨ ਬਣਾ ਲਈ, ਸਾਡਾ ਕੁਛ ਕਰ ਲੂਗਾ ਉਹ। ਪਰ ਨਹੀਂ, ਸੂਰਜ ਨੇ ਸਮੇਂ ਨਾ ਚੜਨਾ ਤੇ ਜਦ ਚੜ ਗਿਆ ਉੱਲੂ ਅੰਧ ਕਰੰਤ, ਉੱਲੂ ਅੰਧੇ ਹੋ ਜਾਂਦੇ ਨੇ। ਕਹਿੰਦੇ ਜਿਹੜੇ ਸਾਧ ਫਕੀਰ ਇੱਥੇ ਤੁਰੇ ਫਿਰਦੇ ਸੀ ਏਮਨਾਬਾਦ ਵਿੱਚ, ਭਾਈ ਲਾਲੋ ਦੀ ਉਪਮਾ ਜਦੋਂ ਛਾਉਣ ਲੱਗ ਪਈ ਨਾ, ਚੜਨ ਲੱਗ ਪਈ, ਉਹ ਹੁਣ ਲੱਭਦੇ ਫਿਰਦੇ ਕਿਤੇ ਲਾਲੋ ਜੀ ਦੇ ਦੀਦਾਰ ਹੋ ਜਾਣ। ਆਖੋ ਸਤਨਾਮ। ਜੋ ਜੋ ਕੁਝ ਅੱਗੇ ਹੋਣਾ ਹੈ, ਕਿਉਂਕਿ ਕਵੀ ਜੀ ਨੇ ਬੜੇ ਵਾਰਤਕ ਪ੍ਰਸੰਗ ਆਰੰਭ ਕੀਤੇ ਆ। ਇਹਨਾਂ ਪ੍ਰਸੰਗਾਂ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਨੇ ਚੋਜ ਵਰਤਾਉਣੇ ਆ। 12 ਤੋਂ 14 ਦਿਨ ਬਤੀਤ ਹੋ ਗਏ। ਭਾਈ ਮਰਦਾਨਾ ਜੀ ਰਾਏ ਭੋਏ ਦੀ ਤਲਵੰਡੀ ਆਏ ਹੋਏ ਆ। 1 ਮਹੀਨੇ ਦਾ ਸਮਾਂ ਮਹਾਰਾਜ ਨੇ ਇੱਥੇ ਬਤੀਤ ਕਰਨਾ। ਜੋ ਕੁਝ ਹੋਏਗਾ ਕੱਲ ਦੇ ਦੀਵਾਨਾਂ 'ਚ ਸਰਵਣ ਕਰਾਂਗੇ।